ਭਾਈ ਨਾ ਸੌਣ ਦੇਣਾ ਲੋਕਾਂ ਨੂੰ, ਨਾ ਸੌਣਾ ਲੋਕਾਂ ਨੂੰ। ਕੋਈ ਨਹੀਂ ਜੀ। ਮਾਤਾ ਜੀ ਭਾਈ ਖਾਲਸਾ ਫਤਿਹ। ਮਾਤਾ ਭਾਈ ਸਾਹਿਬ ਫਤਿਹ। ਹੈ ਕਿ ਖਾਲਸਾ ਵਾਹਿਗੁਰੂ ਜੀ ਮਹਾਰਾਜ ਚੜ੍ਹਦੀਆਂ ਕਲਾ ਤੱਕ ਨਾਮ ਦਾ। ਦੀਵਾਲੀ ਤੇ ਪ੍ਰਕਾਸ਼ ਪੁਰਬ ਨੇ ਲੱਖ ਸਖਤ ਵਧਾਈਆਂ ਆਪਣੀਆਂ। ਹਾਂਜੀ ਸਾਰਿਆਂ ਨੂੰ। ਸਭ ਨੂੰ ਬਹੁਤ ਬਹੁਤ ਆਪਾਂ ਵੀ ਜੀ ਨਾਲ ਤਾਂ ਗੱਲ ਹੋਈ ਸੀ। ਹਾਂ ਮਾਤਾ ਮਾਈਕ ਬੰਦ ਕਰ ਦਿਓ ਹੁਣ। ਆਪਾਂ ਅੱਜ 970 ਅੰਗ ਤੋਂ ਗਿਆਨ ਸ਼ੁਰੂ ਕਰਾਂਗੇ ਜੀ। 970 ਤੇ 51 ਕਬੀਰ ਜੀ। ਇਕਬਾਲ ਜੀ ਤੁਸੀਂ ਮਾਈਕ ਕਿਉਂ ਨਹੀਂ ਬੰਦ ਕਰ ਰਹੇ? ਕੁਝ ਕਹਿਣਾ ਤੁਸੀਂ? 970 951 970 971 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਕਬੀਰ ਜੀ ਦਾ ਸ਼ਬਦ 8ਵਾਂ ਸ਼ਬਦ ਲੈ ਰਹੇ ਹਾਂ। ਇਹ ਰਾਮਕਲੀ ਰਾਗ ਦੇ ਵਿੱਚ 8ਵਾਂ ਸ਼ਬਦ। ਪਲੀਜ਼ ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਰਾਮਕਲੀ ਰਾਗ ਦੇ ਵਿੱਚ ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਆਪਾਂ ਦੀਵਾਲੀ ਮਨਾ ਰਹੇ ਹਾਂ ਤੇ ਮਹਾਰਾਜ ਜਿਹੜੇ ਕਬੀਰ ਜੀ ਇੱਕ ਕੁਐਸਚਨ ਕਰ ਰਹੇ ਭਾਈ ਦੀਵਾਲੀ ਦੇ ਉੱਤੇ। ਕਹਿੰਦੇ ਪਹਿਲਾਂ ਤਾਂ ਦੱਸੋ ਸਾਨੂੰ ਬਈ ਤੁਸੀਂ ਜਿਹੜਾ ਹੈਗਾ ਕਿਹਦੇ ਵਾਸਤੇ ਤੁਹਾਡਾ ਜਨਮ ਹੋਇਆ ਦੁਨੀਆ ਦੇ ਵਿੱਚ? ਪਹਿਲਾਂ ਸਵਾਲ ਦਾ ਜਵਾਬ ਦਿਓ ਦੀਵਾਲੀ ਮਨਾਉਣ ਤੋਂ ਪਹਿਲਾਂ। ਕਵਨ ਕਾਜ ਸਿਰਜੇ ਜਗ ਭੀਤਰ, ਕਹਿੰਦੇ ਕਿਹੜੇ ਕੰਮ ਵਾਸਤੇ ਸੰਸਾਰ ਦੇ ਵਿੱਚ ਤੁਹਾਡੀ ਸਿਰਜਣਾ ਹੋਈ ਆ, ਤੁਹਾਡਾ ਜਨਮ ਹੋਇਆ ਆ ਸੰਸਾਰ ਦੇ ਵਿੱਚ? ਕਿਹੜੇ ਕੰਮ ਵਾਸਤੇ ਜਨਮ ਹੋਇਆ ਆ ਤੁਹਾਡਾ? ਪਹਿਲਾਂ ਉਹ ਕੰਮ ਦੱਸੋ। ਕਵਨ ਫਲ, ਜਨਮੇ ਕਵਨ ਫਲ ਪਾਇਆ। ਦੂਸਰੀ ਗੱਲ ਬਈ ਜੇ ਤੁਹਾਨੂੰ ਪਤਾ ਹੈ ਕਿਹੜੇ ਕੰਮ ਵਾਸਤੇ ਜਨਮ ਹੋਇਆ ਆ ਤੇ ਤੁਸੀਂ ਜਨਮ ਲੈ ਕੇ ਉਹ ਫਲ ਪ੍ਰਾਪਤ ਕਰ ਲਿਆ ਆ, ਉਹ ਕੰਮ ਕਰ ਲਿਆ ਆ ਜਿਹੜੇ ਕੰਮ ਵਾਸਤੇ ਜਨਮ ਹੋਇਆ ਆ? ਆਹ ਸਵਾਲ ਦਾ ਜਵਾਬ ਪਾਈ ਦੇਖ ਲਓ ਹੁਣ। ਕਿਹੜੇ ਕੰਮ ਵਾਸਤੇ ਜਨਮ ਹੋਇਆ ਆ ਔਰ ਜਿਹੜਾ ਹੈਗਾ ਕੀ ਉਹ ਕੰਮ ਆਪਾਂ ਨੇ ਕਰ ਲਿਆ ਆ, ਕੀ ਉਹ ਫਲ ਲੈ ਲਿਆ ਆਪਾਂ ਨੇ? ਹੁਣ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਕਾਹਦੇ ਵਾਸਤੇ ਜਨਮ ਹੋਇਆ। ਕਬੀਰ ਜੀ ਕਹਿੰਦੇ ਮੈਂ ਤੈਨੂੰ ਦੱਸਾਂ ਹੁਣ ਜਨਮ ਕਾਹਦੇ ਵਾਸਤੇ ਹੋਇਆ। ਪਵਨਿਦ ਤਰਨ ਤਾਰਨ ਚਿੰਤਾ ਮਨੇ, ਕਹਿੰਦੇ ਸੰਸਾਰ ਸਮੁੰਦਰ ਦੇ ਵਿੱਚ ਹੈਗਾ ਆ ਤੂੰ। ਇਹ ਤੂੰ ਸੋਚਦਾ ਹੈ ਕਿ ਐਵੇਂ ਦਾ ਮਨੁੱਖ ਜੂਨ ਤੇਰੀ ਜਿਸ ਤਰ੍ਹਾਂ ਦੀ ਹੈਗੀ ਉਵੇਂ ਰਹਿਣੀ ਆ ਤੇਰੀ ਮਨੁੱਖ ਜੂਨ? ਜਿਸ ਤਰ੍ਹਾਂ ਦਾ ਤੂੰ ਹੈਗਾ ਆ ਇਸ ਤਰ੍ਹਾਂ ਹੀ ਰਹਿਣਾ ਆ? ਕਹਿੰਦੇ ਤੂੰ ਤਾਂ ਭੌਜਲ ਦੇ ਵਿੱਚ ਆ। ਪਵਨਿਦ ਕਹਿੰਦੇ ਸਮੁੰਦਰ, ਪਵਨਿਦ ਤਰਨ ਤਾਰਨ, ਇਸ ਦੇ ਵਿੱਚ ਤਰਨਾ, ਇਹਨੂੰ ਇਸ ਦੇ ਵਿੱਚ ਜਹਾਜ਼ ਲੱਭਣਾ ਪੈਣਾ ਤੈਨੂੰ ਤਰਨ ਦੇ ਵਾਸਤੇ। ਚਿੰਤਾ ਮਨ, ਉਹ ਚਿੰਤਾ ਦਾ ਜਿਹੜਾ ਚਿੰਤਾ ਦੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੰਦਾ, ਸਾਰੀਆਂ ਆਸ਼ਾਵਾਂ ਪੂਰੀਆਂ ਕਰ ਦਿੰਦਾ ਹੈ। ਚਿੰਤਾ ਦੀ ਮਣੀ, ਚਿੱਤ ਦੀ ਮਣੀ, ਜਿੱਤ 'ਚ ਕੋਈ ਵੀ ਆਸਾ ਰੱਖੋ ਉਹਦੀ ਮਣੀ ਪੂਰੀ ਕਰ ਦਿੰਦਾ ਹੈ। ਇੱਕ ਨਿਮਕ ਨਾ ਇਹ ਮਨ ਲਾਇਆ, ਕਹਿੰਦੇ ਉਹਦੇ ਵਿੱਚ ਤਾਂ ਤੂੰ ਇੱਕ ਨਿਮਕ ਵਾਸਤੇ ਵੀ ਆਪਣਾ ਮਨ ਨਹੀਂ ਲਗਾਇਆ। ਇੱਕ ਨਿਮਕ ਵਾਸਤੇ ਵੀ ਪੂਰੇ ਤੂੰ ਜਿਹੜਾ ਹੈਗਾ ਜਨਮ ਲੈ ਕੇ ਤੇ ਹੁਣ ਤੱਕ ਜਿਹੜਾ ਹੈਗਾ ਆਹ ਕੰਮ ਤਾਂ ਕੀਤਾ ਹੀ ਨਹੀਂ। ਫਿਰ ਗੋਬਿੰਦ ਹਮ ਐਸੇ ਅਪਰਾਧੀ, ਕਬੀਰ ਜੀ ਕਹਿੰਦੇ ਆ ਤੇ ਮਹਾਰਾਜ ਜੀ ਅਸੀਂ ਤਾਂ ਫਿਰ ਅਪਰਾਧੀ ਹੋ ਗਏ। ਜਿਹਦੇ ਵਾਸਤੇ ਕੰਮ ਜਿਹੜੇ ਕੰਮ ਵਾਸਤੇ ਜਨਮ ਦਿੱਤਾ ਹੈ ਤੂੰ ਸਾਨੂੰ, ਤੇ ਉਹ ਕੰਮ ਤਾਂ ਅਸੀਂ ਕੀਤਾ ਹੀ ਨਹੀਂ। ਅਸੀਂ ਤਾਂ ਅਪਰਾਧੀ ਹੋ ਗਏ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਪਵਨਿਦ ਤਰਨ ਤਾਰਨ ਚਿੰਤਾ ਮਨੇ, ਇੱਕ ਨਿਮਕ ਨਾ ਇਹ ਮਨ ਲਾਇਆ। ਗੋਬਿੰਦ हम ऐसे अपराधी, जिन्हें प्रभ जियो पिंड था दिया, तिसकी भाव भगत नहीं साधी रहाओ। इस काम वास्ते जन्म मिलिया सी, क्योंकि जन्म दा दाता, शरीर दा दाता, आत्मा देण वाला ओ मालक परमात्मा हैगा। जियो और पिंड, आत्मा और शरीर, ये देण वाला कौन है?
वो मालिक परमात्मा, जिन्हें प्रभ जिस मालिक ने जियो पिंड था दिया, तिसकी पाओ भगत नहीं साधी पाई। ਹੁਣ ਦੇਖ ਲਓ ਕਬੀਰ ਜੀ ਕਹਿੰਦੇ ਮੈਂ ਤੈਨੂੰ ਰਿਮਾਈਂਡ ਕਰਾ ਦਿੰਦਾ ਹੈ, ਮੈਂ ਤੈਨੂੰ ਰਿਮਾਈਂਡ ਕਰਾ ਦਿੱਤਾ ਹੈ, ਤੂੰ ਨਹੀਂ ਸਾਧੀ, ਨਹੀਂ ਕੀਤੀ ਕੰਮ। ਜਿਹੜੇ ਕੰਮ ਵਾਸਤੇ ਜਨਮ ਮਿਲਿਆ ਸੀ ਉਹ ਕਾਰਵਾਈ ਤੂੰ ਨਹੀਂ ਕੀਤੀ। ਇਹ ਮੈਂ ਤੈਨੂੰ ਹੁਣ ਦੱਸ ਦਿੰਦਾ ਹੈ। ਹੁਣ ਅੱਗੇ ਜਿਹੜਾ ਹੈਗਾ ਇਹ ਕਾਰਵਾਈ ਕਰ ਲਈ, ਤੈਨੂੰ ਬੇਨਤੀ ਹੈਗੀ ਆ। ਰਹਾਓ ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ, ਪਵਨਿਦ ਤਰਨ ਤਾਰਨ चिंता मन, एक निमक नायो मन लाया। गोविंद हम ऐसे अपराधी, जिन्हें प्रभे जियो पिंड था दिया, तिसकी भाव भगत नहीं साधी रहाओ। हाँ जी वीर जी। ठीक है साध संगत जी, आज ना मैं ना वर्जिश करन गया, वॉक करन गया ते दुनिया बेचारी भजी फिरदी, कोई एनू जा रहा, कोई एनू जा रहा। मैं मैडम नूं वैसे ही क्या, मैं इन्हां बेचारे नूं पता नहीं कि जीवन है कि ਇਹ ਜਿਹੜਾ ਸੰਸਾਰ ਹੈ ਇਹਨੂੰ ਕਿਸ ਨੇ ਰਚਿਆ ਹੈ ਤੇ ਅਸੀਂ ਇੱਕ ਐਸੇ ਬਿੰਦੂ ਤੇ ਬੈਠੇ ਹਾਂ ਜਿੱਥੇ ਬਹੁਤ ਕੁਝ ਕੀਤਾ ਜਾ ਸਕਦਾ ਹੈ, ਪਰ ਪਤਾ ਹੀ ਨਹੀਂ, ਲੋਕਾਂ ਨੂੰ ਪਤਾ ਹੀ ਨਹੀਂ। ਇਸੇ ਲਈ ਬਾਣੀ ਕਹਿੰਦੀ ਆ ਕਿ ਪੂਰਾਂ ਦੇ ਪੂਰ, ਫਿਰ ਕਹਿੰਦੇ ਕੋਟਣ ਮੇ ਇੱਕ, ਨਹੀਂ ਪਤਾ, ਨਹੀਂ ਪਤਾ। ਇੰਨਾ ਮਾਇਆ ਦਾ ਪ੍ਰਤਾਪ ਆ, ਬੰਦਾ ਜਾਣਦਾ ਵੀ ਹੈ ਕਿ ਔਗਣਿਆ ਇਹ ਛਿਨ ਭਰਿਆ, ਔਰ ਇਹ ਜਿਹੜਾ ਇਹ ਤਮਾਸ਼ਾ ਜਿਹੜਾ ਹੈਗਾ ਹੈ ਇਹ ਯਥਾਰਥ ਸੱਚ ਨਹੀਂ ਆ, ਇੱਕ ਜਿੱਦਾਂ ਪ੍ਰਪੰਚ ਹੈ, ਇੱਕ ਮਾਇਆ ਦਾ ਖੇਲ ਹੈ। ਪਰ ਗ੍ਰੰਥਾਂ 'ਚ ਕਿਹਾ ਗਿਆ ਵਾ, ਬੰਦਾ ਮੰਨੋ ਤਿਆਰ ਹੀ ਨਹੀਂ। ਨਿਜਰ ਸਾਹਿਬ ਬਿਲਕੁਲ ਨਹੀਂ ਮੰਨਦਾ ਜੀ, ਬਿਲਕੁਲ ਨਹੀਂ ਮੰਨਦਾ। ਅਬ ਜਦ ਸੋਚੋ ਬਹੁਤ ਔਖਾ ਹੈ। ਕਿਸੇ ਨੂੰ ਕਹਿ ਦੋ ਰੱਬ ਹੈਗਾ, ਕਹਿੰਦੇ ਹੈਗਾ ਤੇ ਹੈ ਵਾ, ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਹੈ ਕਿ ਮੈਂ ਟਰੈਪ ਦੇ ਵਿੱਚ ਆ, ਮੈਂ ਇੱਕ ਮਾਇਆ ਦੇ ਵਿੱਚ ਭਰਮ 'ਚ ਫਸਿਆ। ਬਹੁਤ ਔਖਾ। ਇਹ ਤਾਂ ਕੋਈ ਵਿਰਲਾ ਬੰਦਾ ਜਦੋਂ ਇੰਨੀ ਕੋਸ਼ਿਸ਼ ਕਰਦਾ ਹੈ ਯਥਾਰਥ ਉਸ ਸੱਚ ਨੂੰ ਵੇਖਣ ਦੇ ਲਈ ਆਪਣੀ ਪੂਰੀ ਸ਼ਕਤੀ ਲਗਾਉਂਦਾ ਹੈ ਤੇ ਫਿਰ ਕੁਛ ਲੱਭਦਾ ਹੈ। ਉਹਨਾਂ ਵੀਰ ਦਾ ਜਿਹੜਾ ਬਠਿੰਡੇ ਵਾਲਾ, ਉਹਦਾ ਫੋਨ ਆਇਆ ਸੀ ਅੱਜ, ਕਹਿੰਦਾ ਜੀਵਨ ਦਾ ਜਿਹੜਾ ਨਜ਼ਰੀਆ ਬਦਲ ਗਿਆ। ਉਹ ਸੋਚ ਬਦਲ ਗਈ, ਕਹਿੰਦਾ ਮੇਰੀ ਸ਼ੀਸ਼ਾ ਸਾਫ਼ ਹੋ ਗਿਆ ਨਾ, ਜਿਹਦੇ ਵਿੱਚੋਂ ਆਪਾਂ ਚੀਜ਼ ਨੂੰ ਵੱਡਾ ਛੋਟਾ ਕਰਕੇ ਵੇਖਦੇ ਸਾਂ। ਨਿੱਜਰ ਸਭ ਹੁਣ ਉਹ ਏਦਾਂ ਦਾ ਸ਼ੀਸ਼ਾ ਲੱਗ ਗਿਆ, ਸੱਚ ਦਿਖਦਾ ਉਹਦੇ ਚ। ਬਿਲਕੁਲ। ਹੁਣ ਜਿਹੜਾ ਪਤਾ ਵੀ ਕਿ ਕਾਹਦੇ ਵਾਸਤੇ ਜਨਮ ਮਿਲਿਆ ਆ। ਹੁਣ ਤੁਸੀਂ ਲਿਆਓ ਕਿ ਇਧਰ ਰੁਪਈਆ ਚੁੱਕ ਕੇ ਦੱਸੋ, ਕੋਈ ਲੈ ਕੇ ਆ ਜਾਓ, ਜਾਓ ਤੁਹਾਡੇ ਘਰ ਆ ਗਿਆ, ਤੁਹਾਡੇ ਭਾਜੀ ਬਣ ਜਾਣੀ ਆ। ਤੁਸੀਂ ਜਦ ਤੱਕ ਉਹ ਵਾਪਸ ਨਹੀਂ ਕਰ ਆਉਂਦੇ ਤੁਹਾਨੂੰ ਚੈਨ ਹੀ ਨਹੀਂ ਹੋਣਾ। ਉਹ ਪਹਿਲਾਂ ਵਾਲਾ ਸਿਸਟਮ ਥੋੜੀ ਆ ਕਿ ਤੁਸੀਂ ਜੋ ਮੂੰਹ ਚ ਆਇਆ ਬਕਤਾ ਤੇ ਮੁੜ ਕੇ ਤੁਰੇ ਗਏ ਤੇ ਮੁੜ ਕੇ ਹੰਕਾਰ ਦੇ ਕੇ ਪਿੱਛੇ ਨਹੀਂ। ਹੁਣ ਤੁਸੀਂ ਮਾੜਾ ਜਿਹਾ ਬੋਲੋਗੇ, ਤੁਸੀਂ ਗਲਤ ਬੋਲ ਬੈਠੇ ਤੇ ਤੁਹਾਨੂੰ ਉੱਥੇ ਜਾਣਾ ਪੈਣਾ ਔਰ ਕੋਈ ਮਾਫੀ ਮੰਗਣ। ਬਿਲਕੁਲ। ਚੇਤਨੇ ਤੇ ਰੌਲਾ ਪਾ ਦੇਣਾ, ਐ ਕੀ ਕਰਿਆ, ਆਹ ਕੀ ਲਿਖਤਾ ਵਿੱਚ। ਉਹਨੇ ਕਹਿਣਾ ਪਹਿਲਾਂ ਫਾਈਲ ਕਲੋਜ਼ ਕਰਦੇ ਜਾਂ ਫੋਨ ਫਾਨ ਕਰਦੇ ਜਾਂ ਹੱਥ ਪੱਲਾ ਜੋੜ ਕੇ ਮਾਫੀ ਮੰਗ ਕੇ ਫਿਰ ਤੁਸੀਂ ਘਰੇ ਆਉਣਾ। ਹਾਂ, ਨਹੀਂ ਤਾਂ ਲੇਖਾ ਕੌਣ ਦਊਗਾ। ਠੀਕ ਹੈ। ਸੋ ਇੱਥੇ ਇੱਕ ਚੀਜ਼ ਨੂੰ ਆਪ ਵਿਚਾਰ ਕਰੀਏ। ਠੀਕ ਹੈ, ਤੁਸੀਂ ਬਹੁਤ ਕਰਮਾਂ ਵਾਲੇ ਜੋ, ਔਰ ਮੈਂ ਤੇ ਹੈਰਾਨ ਹੁੰਦਾ ਕਿ ਇੰਨੇ ਬੰਦੇ ਕਿੱਦਾਂ ਲੱਭ ਗਏ। ਬਹੁਤ ਵੱਡੀ ਗੱਲ ਹੋ, ਬਹੁਤ ਵੱਡਾ ਐਕਸਪੈਰੀਮੈਂਟ ਹੋ। ਪਿੱਛੇ ਨਾ ਹੋਇਓ, ਬਹੁਤ ਵੱਡੀ ਗੇਮ ਚੱਲ ਰਹੀ। ਇਹ ਪ੍ਰਮਾਤਮਾ ਦੀ ਲੀਲਾ ਹੈ। ਤੁਸੀਂ ਪਤਾ ਨਹੀਂ ਕਿੱਥੋਂ ਦੇ ਤੁਰੇ ਜੋ, ਅੱਜ ਬੜੇ ਮਕਾਮ ਤੇ ਪਹੁੰਚ ਚੁੱਕੇ ਜੋ। ਇਸ ਤੋਂ ਉੱਚਾ ਗਿਆਨ ਮਿਲਣਾ ਮੁਸ਼ਕਿਲ, ਬਹੁਤ ਮੁਸ਼ਕਿਲ। ਬਹੁਤ ਉੱਚ ਕੋਟੀ ਦੀ ਕਥਾ ਚੱਲਦੀ ਹੈ। ਵੈਸੇ ਵੀ ਇਹ ਕਥਾ ਸਧਾਰਨ ਬੰਦੇ ਵਾਸਤੇ ਨਹੀਂ ਜੇ। ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ, ਅੱਜ ਫਿਰ ਦੱਸਣਾ ਚਾਹੁੰਦਾ। ਇਹ ਤੇ ਕੁਛ ਬੰਦੇ ਜਿਹੜੇ ਹੈਗੇ ਉਹਨਾਂ ਵਾਸਤੇ ਹੈ, ਲਿਮਟਿਡ, not for everybody। ਤੇ ਜੇ ਤੁਸੀਂ ਉਸ ਟੀਮ ਦੇ ਹਿੱਸੇ 'ਚ ਆ ਗਏ ਜੋ, ਕਿਸੇ ਤਰੀਕੇ ਨਾਲ ਪਿੱਛੇ ਨਾ ਭੱਜ ਜਿਓ।
ਕਿਉਂਕਿ ਜਿੰਨਾ ਇਮਤਿਹਾਨ ਜਿਹੜਾ ਔਖਾ ਨਾ ਓਨੀ ਫਿਰ ਖੁਸ਼ੀ ਆ। ਜਦੋਂ ਆਪਾਂ ਕੋਈ ਔਖਾ ਕੰਮ ਕਰਦੇ ਹਾਂ ਨਾ, ਬਾਰ-ਬਾਰ ਕਰਦੇ ਹਾਂ ਫਿਰ ਪੂਰਾ ਜ਼ੋਰ ਲਾਉਂਦੇ ਹਾਂ, ਫਿਰ ਜਦੋਂ ਉਹਦਾ ਫਲ ਪ੍ਰਾਪਤ ਹੁੰਦਾ ਹੈ ਆਖਰ ਦੇ ਵਿੱਚ ਜਿਹੜਾ ਤੁਹਾਨੂੰ ਫਲ ਮਿਲਣਾ ਹੈ ਨਾ, ਇਹ ਜਿਹੜੀ ਮਿਹਨਤ ਕਰਦੇ ਹੈ ਨਾ, ਇਹ ਸੂਈ ਦੇ ਨੱਕੇ ਤੇ ਜਿੰਨੀ ਵੀ ਨਹੀਂ ਜੇ, ਇਹ ਬਹੁਤ ਪਰਮ ਆਨੰਦ ਆ ਜਿਹੜਾ ਪ੍ਰਮਾਤਮਾ ਫਿਰ ਆਖਰ ਤੇ ਸਾਨੂੰ ਉਹਦੀ ਪ੍ਰਾਪਤੀ ਹੁੰਦੀ ਹੈ। ਬਹੁਤ ਵੱਡਾ ਸਾਡਾ ਜਿਹੜਾ ਗੋਲ ਹੈ, ਪਰ ਇੱਕ ਇਹ ਚੀਜ਼ ਨੂੰ ਆਪ ਪਲੀਜ਼ ਸਮਝੋ, ਉਸ ਗੋਲ ਤੱਕ ਪਹੁੰਚਣਾ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਕੰਮ ਕੀਤਾ ਜੇ ਤੁਸੀਂ। ਗੋਰਕੀ ਸਾਹਿਬ, ਬਾਕੀ ਕੰਮ ਕੁਮ ਤੇ ਕੋਈ ਸਾਰੀ ਦੁਨੀਆ ਦਾ ਧਨ ਦੌਲਤ ਦੇ ਦਿਓ ਤਾਂ ਵੀ ਉਹ ਚੀਜ਼ ਦੀ ਮੁਕਾਬਲਾ ਨਹੀਂ ਕਰ ਸਕਦੇ ਆਪਾਂ, ਤਾਂ ਵੀ ਨਹੀਂ ਕਰ ਸਕਦੇ। ਹਾਂ, ਮੈਂ ਦੱਸਦਾ ਜੋ ਤੁਹਾਨੂੰ ਸੱਚ, ਮੈਂ ਤੇ ਵੇਖ ਲਿਆ। ਮੈਂ ਤੁਹਾਨੂੰ ਤਾਂ ਕਹਿੰਦੇ ਆ, ਆਪ ਅਗਰ ਉਸ ਮਾਰਗ ਤੇ ਚੱਲ ਰਹੇ ਜੋ ਬਹੁਤ ਵੱਡੀ ਗੱਲ ਹੈ। ਚੱਲ ਨਹੀਂ ਸਕਦਾ ਬੰਦਾ, ਬਹੁਤ ਔਖਾ ਹੈ, ਕਿਉਂਕਿ ਮਾਇਆ ਇੰਨੀ ਪਾਵਰਫੁਲ ਹੈ, ਤੁਹਾਨੂੰ ਪਤਾ ਨਹੀਂ ਲੱਗਣਾ। ਕਿਹਨੂੰ ਪਤਾ ਹੈ ਦੱਸੋ ਮੈਨੂੰ? ਕੋਈ ਮਿਲਿਆ ਜਿਹਨੂੰ ਪਤਾ ਹੈ? ਜਿਹੜੇ ਸੰਤ ਬਣੀ ਫਿਰਦੇ ਉਹ ਵੀ ਗਵਾਚੇ ਆ, ਬੈਠੇ ਉਹ ਵੀ ਆ, ਉੱਥੇ ਬੈਠੇ। ਸਗੋਂ ਆਮ ਬੰਦਾ ਤੇ ਚੰਗੀ ਜਗ੍ਹਾ ਤੇ ਬੈਠਾ, ਉਹ ਹੋਰ ਥੱਲੇ ਬੈਠੇ ਨੇ, ਨੀਵੀਂ ਜਗ੍ਹਾ ਤੇ ਬੈਠੇ, ਕਿਉਂਕਿ ਉਹ ਕੁਛ ਹੋਰ ਚੱਕਰਾਂ ਚ ਪੈ ਗਏ। ਮਾਇਆ ਏਡੀ ਪਾਵਰਫੁਲ ਹੈ, ਸਾਧੂ ਨੇ ਤੇ ਇੱਕ ਮਿੰਟ ਚ ਲਪੇਟ ਲੈਂਦੀ ਆ। 3-4 ਤੇ ਵੇਖੋ ਤੁਹਾਡੇ ਸਾਹਮਣੇ ਆ। ਆਸਾ ਰਾਮ ਹੋ ਗਿਆ, ਆਰਾਮ ਰਹੀਮ ਹੋ ਗਿਆ, ਰਾਮਪਾਲ ਹੋ ਗਿਆ, ਉਸ ਤੋਂ ਬਾਅਦ ਨਿਤਿਆਨੰਦ ਹੋ ਗਿਆ, ਪਤਾ ਨਹੀਂ ਕਿੰਨੇ ਗੰਦਰ ਪਏ ਆ। ਸਭ ਕਿੰਨਾ ਪ੍ਰਚਾਰ ਹੋ ਗਿਆ, ਕਿੰਨਾ ਪੈਸਾ ਇਕੱਠਾ ਹੋ ਗਿਆ। ਆਖਰ ਮਾਇਆ ਨੇ ਏਦਾਂ ਕੀਤਾ ਕਿ ਉਹਨਾਂ ਨੂੰ ਜਫਾ ਪਾ ਲਿਆ ਤੇ ਵੇਖ ਲਓ ਉਹਨਾਂ ਨੂੰ ਵੀ ਲਪੇਟ ਛੁੱਟਿਆ। ਤੋ ਇੱਥੇ ਬਚਣਾ ਕਾਫੀ ਔਖਾ ਹੈ। ਕਿਉਂ ਔਖਾ ਹੈ? ਕਿਉਂਕਿ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਮ ਦੀ ਦੁਰਵਰਤੋਂ ਕਰੋਗੇ ਤੇ ਉਹ ਕੁਝ ਫਾਇਦਾ ਨਹੀਂ ਹੈਗਾ, ਕੋਈ ਫਾਇਦਾ ਨਹੀਂ ਹੈਗਾ। ਫਿਰ ਤੇ ਆਪਾਂ ਹੋਰ ਰਸਤੇ ਤੁਰ ਪਏ ਨਾ। ਇੱਥੇ ਤੇ ਬੜਾ ਲਿਮਟਡ ਜਿਹਾ ਜੀਵਨ ਹੈ, ਸਾਫ ਸੁਥਰਾ ਜਿਹਾ ਜੀਵਨ ਹੈ, ਪਰ ਬਹੁਤ ਆਨੰਦ। ਮੈਂ ਕਹਾਂ ਜਦੋਂ ਤੁਸੀਂ ਜਾਓਗੇ ਨਾ ਸੰਸਾਰ, ਜਾਣਾ ਤੇ ਤੁਸੀਂ ਹੈ, ਮੈਂ ਵੀ ਜਾਵਾਂਗਾ, ਪਰ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਭੋਲਿਆ ਇਹ ਤੇ ਬੜੀ ਮਹਿੰਗੀ ਚੀਜ਼ ਮੇਰੇ ਕੋਲ ਹੈਗੀ, ਕਿਉਂਕਿ ਉਹ ਮੰਗਣੀ ਅਗਲੇ ਨੇ ਤੁਹਾਡੇ ਕੋਲ। ਬਾਣੀ ਚ ਕਿਹਾ ਹੈ ਖਾਸ ਕਰਕੇ, ਕਿਉਂਕਿ ਉਹ ਫ੍ਰੀ ਨਹੀਂ ਮਿਲਦਾ। ਪਿਛਲਾ ਜੋ ਬੀਤ ਗਿਆ ਉਹਦੀ ਕੋਈ ਟੈਨਸ਼ਨ ਨਹੀਂ ਲੈਣੀ, ਉਹ ਕੋਈ ਵੀ ਨਹੀਂ। ਆਪਾਂ ਸੁੱਚੇ ਹੋ ਹੀ ਨਹੀਂ ਸਕਦੇ, ਪਰ ਨਾ ਸਾਡੀ ਉਹ ਟੈਨਸ਼ਨ ਆ। ਮਾਂ ਦੀ ਟੈਨਸ਼ਨ ਆ, ਬੱਚੇ ਦੀ ਟੈਨਸ਼ਨ ਨਹੀਂ। ਬੱਚਾ ਤੇ ਦੇਖੋ ਹਰ ਦਿਨ ਕਿੱਦਾਂ ਬੂਟ ਗੰਦੇ ਕਰਕੇ ਆਉਂਦਾ, ਕੱਪੜੇ ਗੰਦੇ ਕਰਕੇ ਆਉਂਦਾ, ਮਾਂ ਧੋਂਦੀ ਉਹਨੂੰ। ਇਹ ਪ੍ਰਮਾਤਮਾ ਦੀ ਟੈਨਸ਼ਨ ਆ। ਸਾਡੀ ਕੇਵਲ ਇੰਨੀ ਹੈ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਔਰ ਪ੍ਰੇਮ ਪੈਦਾ ਕਿੱਦਾਂ ਕਰਨਾ ਹੈ ਉਹਦਾ ਤਰੀਕਾ ਆਪਣੇ ਕੋਲ ਹੈਗਾ। ਇਹ ਗਰੰਟੀ ਹੈ। ਜੇ ਮੀਂਹ ਅੱਜ ਪਿਆ ਨਾ ਤੇ ਅੱਜ ਚਿੱਕੜ ਹੋਊਗਾ, ਪੱਕਾ ਹੋਣਾ ਚਾਹੀਦਾ। ਜੇ ਨਹੀਂ ਹੋ ਰਿਹਾ ਤੇ ਮੀਂਹ ਗੜਬੜਿਆ, ਤੇ ਜਾਂ ਜਿਹੜਾ ਦੱਸ ਰਿਹਾ ਉਹ ਗੜਬੜਿਆ। ਦੇਖੋ ਆਪਾਂ ਸੰਸਾਰਿਕ ਕੰਮ ਕਰਨਾ ਹੋਵੇ, ਤੁਸੀਂ ਮੋਟਰਸਾਈਕਲ ਚਲਾਉਣਾ ਹੋਵੇ ਜਾਂ ਕੋਈ ਰੋਟੀ ਪਾਣੀ ਬਣਾਉਣਾ ਹੋਵੇ ਜਾਂ ਕੰਮ ਕਰਨਾ ਹੋਵੇ, ਤੁਹਾਡਾ ਧਿਆਨ ਇੱਧਰ ਉੱਧਰ ਵੀ ਚੱਲ ਜੇ ਨਾ ਤੇ ਕੋਈ ਫਰਕ ਨਹੀਂ ਪੈਂਦਾ। ਨਿੱਜਰ ਸਾਹਿਬ, ਬਿਲਕੁਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਕੰਮ ਕਰ ਸਕਦੇ ਜੋ, ਕਿਉਂਕਿ ਤੁਹਾਡੇ ਅੰਦਰ ਮੋਟਰ ਐਕਸ਼ਨ ਹੈਗਾ। ਤੁਹਾਡੇ ਅੰਦਰ ਪ੍ਰੀ ਪ੍ਰੋਗਰਾਮਿੰਗ ਇੱਕ ਪ੍ਰਮਾਤਮਾ ਨੇ ਇੱਕ ਮਸ਼ੀਨ ਪਾਈ ਹੈ, ਤੁਸੀਂ ਉਹਦੇ ਅੰਦਰ ਕਮਾਂਡਾਂ ਪਾ ਦਿਓ, ਉਹ ਤੁਹਾਡਾ ਕੰਮ ਕਰ ਦੇਗੀ, ਉਹ ਸਾਰੇ ਕਰੂਗੀ, ਤੁਹਾਡੇ ਤੋਂ ਵਧੀਆ ਕਰੂਗੀ। ਪਰ ਇੱਕ ਪ੍ਰੋਬਲਮ ਹੈਗੀ ਆ, ਜਦੋਂ ਤੁਸੀਂ ਉਸ ਮਸ਼ੀਨ ਨੂੰ ਲੈ ਕੇ ਭਗਤੀ ਚ ਜਾਂਦੇ ਜੋ ਤੇ ਉਹ ਕਿਸੇ ਕੰਮ ਦੀ ਨਹੀਂ ਹੈਗੀ। ਉਹ ਸਭ ਖਤਮ, ਕਿਉਂਕਿ ਉਹ ਮਸ਼ੀਨ ਆ। ਪਰਮਾਤਮਾ ਦੀ ਭਗਤੀ ਕਰਨ ਦਾ ਇੱਕੋ ਤਰੀਕਾ ਹੈ, ਤੁਹਾਡਾ ਧਿਆਨ ਉੱਥੇ ਚਾਹੀਦਾ। ਬਸ ਉਹ ਮਸ਼ੀਨ ਨਹੀਂ ਚਾਹੀਦੀ, ਮਸ਼ੀਨ ਬੰਦ ਕਰਨੀ ਪਊਗੀ। ਜੇ ਮਸ਼ੀਨ ਹੈਗੀ ਤੇ ਫਿਰ ਧਿਆਨ ਨਹੀਂ ਲੱਗਣਾ। ਹਾਂ, ਫਿਰ ਬਾਣੀ ਕਹਿੰਦੀ ਰਾਮ ਰਾਮ ਕਰਤਾ ਸਭ ਜਾ ਕੇ ਫਿਰ ਰਾਮ ਨਾ ਪਾਇਆ ਜਾਏ। ਮਤਲਬ ਮਸ਼ੀਨ ਨਹੀਂ ਚਾਹੀਦੀ। ਹੁਣ ਜੇ ਮਸ਼ੀਨ ਨਹੀਂ ਚਾਹੀਦੀ ਤੇ ਮਸ਼ੀਨ ਨੂੰ ਰੋਕਣ ਦਾ ਕੀ ਤਰੀਕਾ ਹੈਗਾ? ਉਹ ਆਪਾਂ ਤੁਹਾਨੂੰ ਇਹੋ ਹੀ ਦੱਸ ਰਹੇ ਹਾਂ ਇੱਥੇ, ਹੋਰ ਕੁਛ ਨਹੀਂ ਮੈਂ ਦੱਸ ਰਿਹਾ। ਛੋਟਾ ਜਿਹਾ ਕੰਮ, ਪਰਮਾਤਮਾ ਨੂੰ ਮਿਲਾਉਣਾ। ਮੇਰੀ ਕੀ ਔਕਾਤ ਹੈ ਤੁਹਾਨੂੰ ਪਰਮਾਤਮਾ ਨਾਲ ਮਿਲਾ ਦੂੰ, ਕਿਉਂਕਿ ਆਪਾਂ ਪਰਮਾਤਮਾ ਦੇ ਅੰਦਰ ਹੈ। ਔਰ ਮੂਰਖ ਲੋਕ ਜਿੰਦੇ ਤੁਹਾਨੂੰ ਅਸੀਂ ਪਰਮਾਤਮਾ ਨਾਲ ਮਿਲਾਉਂਦੇ ਆ, ਕੋਈ ਕਿਸੇ ਨੂੰ ਮਿਲਾ ਨਹੀਂ ਸਕਦਾ। ਪਰ ਇਹ ਕੰਮ ਕਰ ਸਕਦੇ ਆ ਕਿ ਜਿਹੜੀ ਤੁਹਾਡੀ ਮਸ਼ੀਨ ਆ ਉਹਨੂੰ ਸਟਾਪ ਕਰਨਾ। ਆਪਾਂ ਥੋੜੀ ਜਿਹੀ ਉਹਦੇ ਲਈ ਤੁਹਾਡੀ ਮਦਦ ਕਰ ਰਹੇ ਹਾਂ। ਉਹ ਵੀ ਤੁਹਾਨੂੰ ਨਿਰਦੇਸ਼ ਦਿੱਤੇ ਜਾ ਰਹੇ ਨੇ, ਦੱਸਿਆ ਜਾ ਰਿਹਾ ਸੱਜੇ ਖੱਬੇ ਅੱਗੇ ਪਿੱਛੇ, ਕਿਉਂਕਿ ਤੁਸੀਂ ਬੈਠੇ ਜੋ ਅੰਦਰ ਔਰ ਕੰਮ ਕਰਨਾ ਹੈ ਅੰਦਰੋਂ। ਜਿੱਦਾਂ ਇੱਕ ਕਮਰੇ ਦੇ ਅੰਦਰ ਬੰਦਾ ਬੈਠਾ, ਤੁਸੀਂ ਅੰਦਰ ਨਹੀਂ ਜਾ ਸਕਦੇ, ਕੇਵਲ ਆਵਾਜ਼ ਤੁਹਾਡੀ
ਉਹਦੇ ਕੋਲ ਜਾ ਸਕਦੀ। ਉਹ ਕੰਮ ਜਿਹਨੇ ਕਰਨਾ ਉਹ ਕਮਰੇ ਦੇ ਅੰਦਰ ਹੈ, ਕਰਨਾ ਉਹਨੇ ਹੈ। ਇਹ ਵੀ ਸੋਚ ਲਿਓ, ਕਿਤੇ ਇਹ ਨਾ ਸੋਚੋ ਕਿ ਮੈਂ ਤੁਹਾਡਾ ਕੰਮ ਕਰੂੰਗਾ ਜਾਂ ਨਜ਼ਰ ਸਾਹਿਬ ਕਰਨਗੇ। ਨਾ, ਕੋਈ ਕਿਸੇ ਦਾ ਕੰਮ ਨਹੀਂ ਕਰਦਾ, ਸ਼ੁਰੂ ਤੋਂ ਇਹ ਕੰਮ ਹੈ। ਹਾਂ, ਅਸੀਂ ਤਾਂ ਆਪਣਾ ਕੰਮ ਕਰ ਲਈਏ ਗੋਰਖੀ ਸਾਹਿਬ, ਇਹੀ ਮੈਂ ਤਾਂ ਕਹਿੰਦਾ ਬਹਾਦਰੀ ਹੈ। ਬਹੁਤ ਬਹੁਤ ਜਿਹੜਾ ਹੈਗਾ ਅਚੀਵਮੈਂਟ ਹੈਗੀ ਜੇ ਆਪਣਾ ਹੀ ਕੰਮ ਆਪਾਂ ਕਰ ਲਈਏ ਤੇ। ਮੈਂ ਤੇ ਆਪ ਕਹਿੰਦੇ ਕਿ ਦੁਨੀਆ ਨੂੰ ਬਦਲਣ ਗਿਆ ਹੈ ਨਾ, ਆਪਾਂ ਦੁਨੀਆ 'ਚ ਬੁਰਾਈਆਂ ਨਜ਼ਰ ਆਉਂਦੀਆਂ ਕਿ ਆਹ ਨਹੀਂ ਚੰਗਾ, ਆਹ ਨਹੀਂ ਚੰਗਾ, ਸੜਕਾਂ ਨਹੀਂ ਚੰਗੀਆਂ, ਟ੍ਰੈਫਿਕ ਬੜੀ ਗੰਦੀ ਹੈ, ਲੋਕ ਬੜੇ ਮਾੜੇ। ਮੈਂ ਕਹਿੰਦਾ ਸ਼ੁਕਰ ਕਰੋ ਦੁਨੀਆ 'ਚ ਇੱਕ ਬੰਦਾ ਬਦਲ ਜੇ, ਤੇ ਉਹ ਬੰਦਾ ਪਤਾ ਕੌਣ ਜੇ? ਉਹ ਆਪਾਂ, ਤੁਸੀਂ ਤੇ ਮੈਂ। ਬਿਲਕੁਲ। ਤੇ ਜੇ ਆਪਾਂ ਹੀ ਬਦਲ ਗਏ ਨਾ, ਉਹ ਬਹੁਤ ਵੱਡੀ ਪ੍ਰਾਪਤੀ ਜੇ। ਆਪਾਂ ਤਾਂ ਦੁਨੀਆ ਬਦਲ ਦਿੱਤੀ, ਫਿਰ ਆਪਣੀ ਤਾਂ ਦੁਨੀਆ ਬਦਲ ਗਈ ਭਾਈ। ਹਾਂ, ਇਸ ਕਰਕੇ ਆਪਣਾ ਸਾਰਾ ਕੰਮ ਹੀ ਤੁਹਾਡੇ ਤੇ ਆ, ਕਿਸੇ ਦਾ ਕੋਈ ਕੰਮ ਹੀ ਨਹੀਂ ਹੈਗਾ ਵਿੱਚ। ਐਵੇਂ ਉਹਦੀ ਖਾਧੀ ਰੋਟੀ ਤੁਹਾਨੂੰ ਮਿਲੂਗੀ, ਦੱਸੋ ਮੈਨੂੰ? ਉਹਦੀ ਨੌਕਰੀ ਤੁਹਾਨੂੰ ਮਿਲੂਗੀ ਹੈ? ਤੇ ਤੁਸੀਂ ਸੋਚਦੇ ਉਹਦਾ ਨਾਮ ਜਪੇ ਤੁਹਾਨੂੰ ਮਿਲ ਜੂਗਾ? ਇੱਥੇ ਕੋਈ ਸਿਸਟਮ ਨਹੀਂ ਚੱਲਣ ਦਿਆ, ਕੋਈ ਧਰਮ ਨਾਮ ਦੀ ਕੋਈ ਚੀਜ਼ ਨਹੀਂ। ਏਦਾਂ ਨਾ ਕਰੋ, ਏਦਾਂ ਪੋਸੀਬਲ ਨਹੀਂ ਹੈਗਾ। ਪਰ ਆਪਾਂ ਏਦਾਂ ਸੋਚਦੇ ਹਾਂ। ਆਪਾਂ ਪਾਠੀ ਸਿੰਘ ਲੈ ਆਉਂਦੇ, ਉਹਨੂੰ ਕਹਿੰਦੇ ਵੀ ਸਾਡੇ ਨਾਂ ਦਾ ਪਾਠ ਪੜ੍ਹਦੇ, ਵੀ ਸਾਡੇ ਨਾਂ ਦੀ ਅਰਦਾਸ ਕਰਦੇ। ਇੱਥੇ ਕੀ ਤੁਸੀਂ ਤਾਂ ਕੁਛ ਵੀ ਨਹੀਂ ਹੈਗੇ। ਇੱਥੇ ਬਿਰਲਾ ਟੈਂਪਲ ਹੈਗੇ ਨੇ, ਉਹਦੇ ਸਾਰੇ ਇੰਡੀਆ 'ਚ ਪਤਾ ਨਹੀਂ ਕਿੰਨੇ ਮੰਦਿਰ ਹੈ। ਉਹ ਤਾਂ ਸਿੱਧਾ ਬ੍ਰਹਮ ਗਿਆਨੀ ਬਣ ਜੇ। ਪਰ ਨਹੀਂ, ਕੁਦਰਤ ਬਹੁਤ ਜ਼ਿਆਦਾ ਡੀਪ ਵਹਿੰਦੀ ਆ। ਉਹ ਨਹੀਂ, ਉਹ ਬਿਲਕੁਲ ਨੰਗਾ ਕਰਕੇ ਸਾਨੂੰ ਵਹਿੰਦੀ ਹੈ, ਬਿਲਕੁਲ ਨੰਗਾ ਕਰਕੇ ਸਾਡੇ ਅੰਗ ਤੇ ਕੁਛ ਰਹਿਣ ਨਹੀਂ ਦਿੰਦੀ। ਫਿਰ ਉਹ ਉੱਥੇ ਉਹ ਬਹੁਤ ਸੱਚੀ ਨੀਅਤ ਵਾਲਾ ਬੰਦਾ ਪਹੁੰਚਦਾ ਹੈ। ਪਰ ਸੱਚੀ ਨੀਅਤ ਕਰਨੀ ਵੀ ਤੁਹਾਡੀ ਜ਼ਰੂਰਤ ਨਹੀਂ ਆ, ਆਪਣੇ ਆਪ ਹੋਊਗੀ। ਕੇਵਲ ਤੁਸੀਂ ਇੱਕ ਕੰਮ ਕਰਨਾ ਹੈ। ਇਹ ਜਿਹੜੇ ਪਹਿਲੀ ਰਿਕੁਆਇਰਮੈਂਟ ਆ, ਇਹਨੂੰ ਆਪਾਂ ਮੰਨਣਾ ਹੈ। ਉਹ ਹੈ ਆਪਣੇ ਮਨ ਨੂੰ ਸ਼ਾਂਤ ਕਰਨਾ। ਔਰ ਉਹਦੇ ਲਈ ਇੱਕ ਤਰੀਕਾ ਹੈਗਾ ਧਿਆਨ ਤੇ ਸਿਮਰਨ। ਦੋ ਚੀਜ਼ਾਂ ਦੀ ਵਰਤੋਂ ਕਰਨੀ ਪਊਗੀ। ਕੱਲਾ ਮਨ ਨੂੰ, ਜਿੰਨਾ ਚਿਰ ਤੱਕ ਸਾਡਾ ਮਨ ਭਗਤੀ 'ਚ ਨਹੀਂ ਜਾਂਦਾ, ਕੋਈ ਵੈਲਿਊ ਨਹੀਂ। ਤੁਸੀਂ ਜੋ ਮਰਜ਼ੀ ਕਰਕੇ ਦੇਖ ਲਿਓ, ਕਿਉਂਕਿ ਤੁਸੀਂ ਇੱਥੇ ਮੌਜੂਦ ਹੀ ਨਹੀਂ ਹੈਗੇ। ਕੋਈ ਰੋਟੀਆਂ ਥੋੜੀ ਪਕਾਉਣੀਆਂ ਆਪਾਂ, ਕੋਈ ਨਹਾਉਣਾ ਥੋੜੀ ਹੈ ਕਿ ਆਪਣੇ ਆਪ ਹੀ ਮੱਗ ਉੱਪਰ ਸਿੱਚ ਜਾ ਰਿਹਾ। ਆਪਣੇ ਆਪ ਹੀ ਵੇਖੋ, ਤੁਹਾਡਾ ਸਰੀਰ ਆਪਣੇ ਆਪ ਹੀ ਸਰੀਰ ਹੱਥ ਘੁੰਮ ਰਹੇ ਤੁਹਾਡੇ ਸਰੀਰ ਤੇ, ਤੁਸੀਂ ਥੋੜੀ ਲਾਹ ਰਹੇ ਜਾਓ। ਤੁਸੀਂ ਤੇ ਇੱਥੋਂ ਤੱਕ ਗੱਡੀ ਨਹੀਂ ਚਲਾ ਰਹੇ, ਆਪਣੇ ਆਪ ਚੱਲ ਰਹੀ ਹੈ, ਸੱਜੇ ਖੱਬੇ ਅੱਗੇ ਪਿੱਛੇ ਬ੍ਰੇਕ ਵੱਜ ਰਹੀ ਹੈ। ਇੱਥੋਂ ਤੱਕ ਕਿ ਤੁਸੀਂ ਬ੍ਰਸ਼ ਵੀ ਆਪ ਨਹੀਂ ਕਰ ਰਹੇ, ਆਪਣੇ ਆਪ ਹੀ ਮੂੰਹ 'ਚ ਤੁਹਾਡੇ ਹੱਥ ਘੁੰਮ ਰਿਹਾ। ਸਾਰਾ ਮੋਟਰ ਐਕਸ਼ਨ ਹੈ। ਕੰਪਿਊਟਰ ਜਿਹੜਾ ਪ੍ਰੀ ਪ੍ਰੋਗਰਾਮਿੰਗ, ਇੱਥੋਂ ਤੱਕ ਤੁਸੀਂ ਲੜਦੇ ਵੀ ਨਹੀਂ ਪਏ। ਤੁਹਾਡੇ ਅੰਦਰ ਕੋਈ ਲੜ ਰਿਹਾ ਹੈ ਫ੍ਰੀ ਦੇ ਵਿੱਚ ਤੁਹਾਡੇ ਲਈ, ਔਰ ਤੁਸੀਂ ਪਤਾ ਕੀ ਕਰਦੇ ਜੋ? ਲੜਨ ਤੋਂ ਬਾਅਦ 1 ਘੰਟਾ ਬਾਅਦ ਫਿਰ ਸੌਰੀ ਕਹਿੰਦੇ ਫਿਰਦੇ ਜੋ। ਉਹ ਜੋ ਤੁਸੀਂ ਜਿਹੜਾ ਲੜ ਕੇ ਗਿਆ, ਉਹ ਤੇ ਇੱਥੇ ਹੈ ਹੀ ਨਹੀਂ, ਉਹ ਤੇ ਕੰਪਿਊਟਰ ਸੀ। ਬਿਲਕੁਲ, ਉਹਨੇ ਖਲਾਰਾ ਪਾ ਦੇਣਾ। ਔਰ ਕੰਪਿਊਟਰ ਨੂੰ ਤੁਸੀਂ ਇੰਨਾ ਪਾਵਰਫੁਲ ਕਰਤਾ ਨਾ, ਉਹ ਤੁਹਾਡੀ ਸੁਣਦਾ ਨਹੀਂ ਪਿਆ। ਇੰਨਾ ਪਾਵਰਫੁਲ ਕਰ ਲਿਆ ਤੁਸੀਂ ਉਹਨੂੰ। ਮਨ, ਉਹ ਕਹਿੰਦੇ ਨਹੀਂ, ਮਨ ਕਾਲਾ ਸਵਾਹ ਚੜ ਗਈ ਉਸਤੇ। ਬਿਲਕੁਲ, ਪਤਾ ਨਹੀਂ ਕਹਿੰਦੇ ਮਨ ਕਾਲਾ ਸਵਾਹ ਹੋ ਗਿਆ, ਪਤਾ ਨਹੀਂ ਕਿੱਦਾਂ ਦੀ ਕੋਈ जन्म जन्म की इस मन को मन लागी काला हुआ सुआओ खनली ਧੋਤੀ ਉਜਲੀ ਨਾ ਥੀ ਬਈ ਜੇ 100 ਧੋਵਣ ਪਾਓ। ਤੁਸੀਂ ਉਹਨੂੰ ਬਹੁਤ ਕਾਲਾ ਕਰਤਾ ਹੈ ਤੇ ਹੁਣ ਉਹ ਤੁਹਾਡੀ ਸੁਣਦਾ ਹੀ ਨਹੀਂ। ਤੁਸੀਂ ਥੋੜਾ ਬਹੁਤਾ ਰੰਗ ਲੈ ਕੇ ਆਉਂਦੇ, ਕਹਿੰਦੇ ਭਰਾਵਾ ਮੈਂ ਤੇ ਪਤਾ ਨਹੀਂ ਕਿੰਨੀਆਂ ਪਰਤਾਂ ਚਾੜੀਆਂ, ਜਨਮਾਂ ਦੀਆਂ ਪਰਤਾਂ ਚੜੀਆਂ ਮੇਰੇ ਤੇ। ਉਹ ਤੂੰ 2-2.5 ਘੰਟਾ ਝਾਵਾਂ ਲੈ ਕੇ ਆਵੇਂਗਾ ਵੀ ਨਾ, ਤੈਨੂੰ ਫੇਰ ਵੀ ਕਾਲਖ ਹੀ ਮਿਲਣੀ ਆ ਉੱਥੋਂ। ਜਨਮ ਜਨਮ ਕੀ ਮਨ ਲੱਗੀ ਹੈ। ਇਹ ਤੇ ਮਨ ਚੋਂ ਵਰਕਾ ਪਾੜ ਦੀਏ ਕਿ ਇਹ ਜਿਹੜਾ ਚਰਨਜੀਤ ਸਾਹਮਣੇ ਬੈਠਾ ਹੈ, ਇਹ ਚਰਨਜੀਤ ਹੁਣੇ ਤਿਆਰ ਹੋਇਆ ਹੈ। ਆ ਮਤਲਬ 43 ਸਾਲ ਮੇਰੀ ਉਮਰ ਹੈ। ਇੱਕ ਪੁਰਾਣਾ ਜੇ ਚਰਨਜੀਤ, ਬਹੁਤ ਪੁਰਾਣਾ ਬੈਠਾ ਅੰਦਰ। ਬਹੁਤ ਬਾਣੀ ਚ ਵੀ ਕਿਹਾ ਕਹਿੰਦੀ ਕਿ ਸੂਰਜ ਚੰਦ ਤਾਰੇ ਵੀ ਨਹੀਂ ਹੈਗੇ ਸੀ ਜਦੋਂ ਦਾ ਮੈਂ ਵਾਂ। ਕਹਿੰਦੇ ਪਤਾ ਨਹੀਂ ਕਿੰਨੇ ਬ੍ਰਹਮੇ ਹੋ ਗਏ, ਕਿਤਨੇ ਵਿਸ਼ਨੂੰ, ਕਿਤਨੇ ਮਹੇਸ਼ ਹੋ ਗਏ, ਇੰਨੇ ਯੁੱਗ ਪਲਟ ਗਏ। ਮੈਂ ਬਹੁਤ ਪੁਰਾਣਾ, ਬਿਲਕੁਲ ਇੰਨਾ ਪੁਰਾਣਾ ਪਤਾ ਹੀ ਕੋਈ ਨਹੀਂ। ਅੰਡਰ ਐਸਟੀਮੇਟ ਕਰਾਂਗੇ ਜੇ ਕਹੋਗੇ ਕਿ ਮੈਨੂੰ 40 ਸਾਲ ਪੁਰਾਣਾ ਹੈ ਚਰਨਜੀਤ ਦੇ ਜਿਹੜਾ ਅੰਦਰ ਬੈਠਾ ਤੱਤ, ਉਹ ਤੇ ਬੁੱਢਾ ਹੀ ਨਹੀਂ ਹੁੰਦਾ। ਨਾ ਉਹ ਬਿਮਾਰ ਹੁੰਦਾ। ਦੱਸੋ ਤੁਹਾਡੇ ਅੰਦਰ ਜਿਹੜਾ ਤੱਤ ਹੈਗਾ ਬਿਮਾਰ ਹੁੰਦਾ? ਤੁਹਾਡਾ ਸਰੀਰ ਬਿਮਾਰ ਹੋਊਗਾ, ਤੁਹਾਡਾ ਸਰੀਰ ਜਵਾਨ ਹੁੰਦਾ, ਤੁਹਾਡਾ ਸਰੀਰ ਬੁੱਢਾ ਹੋਊਗਾ। ਜਿਹੜਾ 5 ਤੱਤਾਂ ਚ ਆਉਂਦਾ ਹੈ, ਜਿਹੜਾ ਅੰਦਰ ਬੈਠਾ ਉਹ ਨਹੀਂ ਜੇ ਬੁੱਢਾ ਹੁੰਦਾ।
ਬੜਾ ਪੁਰਾਣਾ, ਬਹੁਤ ਪੁਰਾਣਾ, ਇੰਨਾ ਪੁਰਾਣਾ। ਮੈਂ ਕੋਈ ਪੁਰਾਣਾ ਕਹੀ ਜਾਵਾਂ ਕਿ ਇਹਦੀ ਵੀ ਇੱਕ ਲਿਮਟ ਹੈਗੀ ਆ, ਪਰ ਉਹ ਕਿੰਨਾ ਪੁਰਾਣਾ ਹੈ ਇਹ ਪ੍ਰਮਾਤਮਾ ਜਾਣ, ਕੋਈ ਨਹੀਂ ਜਾਣਦਾ। ਠੀਕ ਹੈ, ਇਹ ਫਿਰ ਆਪਾਂ ਵਾਪਸ ਆ ਜਾਈਏ। ਜਿੰਨਾ ਚਿਰ ਤੱਕ ਸਾਡਾ ਮਨ ਸਿਮਰਨ ਦੇ ਵਿੱਚ ਸਥਿਰ ਨਹੀਂ ਹੁੰਦਾ, ਉਹਨਾਂ ਚਿਰ ਤੱਕ ਸਾਡਾ ਕੀਤਾ ਕਰਮ ਸਫਲ ਨਹੀਂ ਹੁੰਦਾ। ਨਹੀਂ ਮੰਨਦੀ ਕੁਦਰਤ, ਨਹੀਂ ਮੰਨਦੀ। ਉਹ ਕਹਿੰਦੀ ਨਹੀਂ, ਤੂੰ ਇੱਕ ਮਨ ਕਰਕੇ ਭਗਤੀ ਕਰੇਗਾ ਤੇ ਤੇਰਾ ਸਵੀਕਾਰ ਹੈ। ਫਿਰ ਉਹ ਕਹਿੰਦੀ ਇੱਕ ਸ਼ਬਦ ਬੋਲਤਾ ਤੇ ਬਹੁਤ ਹੋ ਗਿਆ। ਇਹ ਰਿਕੁਆਇਰਮੈਂਟ ਹੈ ਪਹਿਲੀ, ਔਰ ਇਹਨੂੰ ਆਪਾਂ ਫੜ ਕੇ ਚੱਲਣਾ। ਹਾਂਜੀ ਡੇਜਾ ਸਾਹਿਬ ਕਥਾ ਕਰੋ। ਕਵਨ ਕਾਜ ਸਿਰਜੇ ਜਗ ਭੀਤਰ, ਜਨਮੇ ਕਵਨ ਫਲ ਪਾਇਆ। ਕਿਹੜੇ ਕੰਮ ਵਾਸਤੇ ਸੰਸਾਰ ਦੇ ਵਿੱਚ ਆਪਾਂ ਨੂੰ ਭੇਜਿਆ ਹੈ ਮਾਲਕ ਨੇ, ਸਿਰਜਣਾ ਕੀਤੀ ਆਪਣੀ ਜਗ ਦੇ ਅੰਦਰ। ਜਨਮੇ ਕਵਨ ਫਲ ਪਾਇਆ, ਤੇ ਜਨਮ ਲੈ ਕੇ ਆਪਾਂ ਨੇ ਉਹ ਫਲ ਪ੍ਰਾਪਤ ਕਰ ਲਿਆ ਜਿਹੜੇ ਵਾਸਤੇ ਭੇਜਿਆ ਸੀਗਾ ਭਾਈ। ਹਾਂਜੀ ਵੀਰ ਜੀ। ਹਾਂਜੀ ਉਹ ਠੀਕ ਹੈ ਜੀ। ਕਹਿੰਦੇ ਆ ਕਿ ਪਹਿਲੀ ਗੱਲ ਤੇ ਤੂੰ ਇੱਥੇ ਸੰਸਾਰ ਤੇ ਕਰਨ ਕੀ ਆਇਆ। ਦੇਖੋ ਬਾਣੀ ਉੱਥੇ ਪਹੁੰਚ ਜਾਣੀ ਹੈ ਜਿਹੜੀ ਤੁਹਾਨੂੰ ਮੈਂ ਦੱਸ ਰਿਹਾ ਕਹਾਣੀ। ਉਹ ਕਹਿੰਦੇ ਆ ਕਿ ਤੈਨੂੰ ਪਤਾ ਹੈ ਤੂੰ ਕਿੱਥੇ ਬੈਠਾ ਚਰਨਜੀਤ, ਆਖਰੀ ਡੰਡੇ ਤੇ ਤੂੰ ਅੱਗੋਂ ਟੀਵੀ ਦਾ ਰਿਮੋਟ ਨੱਪ ਕੇ ਕਹਿੰਦਾ। ਨਿਜਰ ਸਾਹਿਬ ਫੋਨ ਕਰਦੇ, ਹੋਰ ਚਰਨਜੀਤ ਸਾਹਿਬ ਕੀ ਹਾਲ ਨੇ? ਤੇ ਚਰਨਜੀਤ, ਨਿਜਰ ਸਾਹਿਬ ਸਮਾਂ ਕੱਟ ਰਹੇ ਆ, ਟੀਵੀ ਚੱਲਣ ਦੇ ਸਾਹਮਣੇ। ਆ ਵੇਖੋ ਲਾਗੇ ਮੂੰਗਲੀ ਰੱਖੀ, ਮੈਂ ਮੂੰਗਲੀ ਖਾ ਰਿਹਾ, ਨਜ਼ਾਰੇ ਲੈ ਰਿਹਾ, ਤਨਖਾਹ ਮੇਰੀ ਪਈ ਹੈ ਬੈਂਕ ਦੇ ਵਿੱਚ, ਮੁੱਛਾਂ ਨੂੰ ਤਾਂ ਦੇਈ ਜਾਂਦਾ। ਪਰ ਕਹਿੰਦੇ ਨਹੀਂ, ਤੂੰ ਤੇ ਕਰਦਾ ਕੀ ਪਿਆ? ਕਹਿੰਦੇ ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਕਹਿੰਦੇ ਕਿ ਜਗਤ ਕਿਹੜੇ ਕੰਮ ਨੂੰ ਪੈਦਾ ਹੋਇਆ ਹੈ ਤੇ ਜਨਮ ਲੈ ਕੇ ਅਸਾਂ ਕੀ ਖੱਟਿਆ। ਸਾਡੇ ਜੀਵਨ ਦੇ ਵਿੱਚ ਜਿਹੜਾ ਸਾਡੇ ਜੀਵਨ ਦੀ ਪ੍ਰਾਪਤੀ ਕੀ ਹੈ ਤੁਸੀਂ ਦੇਖੋ। ਪਰ ਪ੍ਰਾਪਤੀ ਆਪਾਂ ਪਤਾ ਕੀ ਸਮਝ ਲਈ ਹੈ, ਧੀਆਂ ਪੁੱਤ ਬਾਹਰ ਚਲ ਗਏ, ਕੈਨੇਡਾ, ਕੋਈ ਅਮਰੀਕਾ ਚਲ ਗਿਆ, ਕੋਈ ਡਾਕਟਰ ਬਣ ਗਿਆ। ਮੇਰੇ ਕੋਲ ਛੋਟਾ ਜਿਹਾ ਮਕਾਨ ਸੀ, ਮੈਂ ਵੱਡਾ ਪਾ ਲਿਆ, ਗੱਡੀ ਲੈ ਲਈ ਹੈ। ਬੜੀ ਗਰੀਬੀ ਸੀ ਘਰ, ਹੁਣ ਬਹੁਤ ਸੁੱਖ ਆ ਗਿਆ। ਪਹਿਲਾਂ ਅੱਧਾ ਕਿੱਲਾ ਪੈਲੀ ਸੀ, ਕਿੱਲਾ ਪੈਲੀ ਸੀ, 2 ਕਿੱਲੇ ਪੈਲੀ ਸੀ, ਹੁਣ ਤੇ 20-25 ਕਿੱਲੇ ਆ। ਬੈਂਕ ਚ ਪੈਸੇ ਪਏ ਨੇ। ਪਰ ਬਾਣੀ ਕਹਿੰਦੀ ਹੈ ਇਹਦੇ ਹਾਂਜੀ। ਸੋ ਇੱਥੇ ਆਪਾਂ ਵਿਚਾਰ ਕਰੀਏ ਕਿ ਉਹ ਕਿਹੜੀ ਚੀਜ਼ ਸਾਨੂੰ ਪ੍ਰਾਪਤ ਕਰਨ ਵਾਸਤੇ ਕਰੇ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ। ਪਵਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਕਹਿੰਦੇ ਭਵਨਿਧ ਨੂੰ ਸੰਸਾਰ ਸਮੁੰਦਰ ਦੇ ਵਿੱਚ ਹੈਗਾ ਆ, ਇਹਨੂੰ ਤਰਨ ਵਾਸਤੇ ਤਾਰਨ ਵਾਸਤੇ ਉਹ ਚਿੰਤਾ ਦੀ ਮਣੀ ਨਾਮ ਪਦਾਰਥ ਉਹ ਮਾਲਕ ਪਰਮਾਤਮਾ। ਕਹਿੰਦੇ ਇੱਕ ਨਿਮਖ ਵਾਸਤੇ ਤੇ ਤੂੰ ਆਪਣਾ ਮਨ ਨਹੀਂ ਲਗਾਇਆ ਉਸ ਪਾਸੇ, ਇੱਕ ਨਿਮਖ ਵਾਸਤੇ ਵੀ ਮਨ ਨਹੀਂ ਲਗਾਇਆ ਉਹਦੇ ਵਾਸਤੇ। ਬਈ ਨਾਮ ਜਿਹੜਾ ਗੁਪਤ ਆ ਦੇਹੀ ਦੇ ਵਿੱਚ ਚਿੰਤਾ ਦੀ ਮਣੀ, ਉਹਨੂੰ ਪ੍ਰਗਟ ਕਰਨਾ ਸੀਗਾ। ਉਹ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਇੱਕ ਮਿਕ ਹੋਣਾ ਸੀ, ਮਾਲਕ ਨੇ ਪ੍ਰਗਟ ਹੋ ਜਾਣਾ ਸੀ। ਕਹਿੰਦੇ ਇਸ ਕੰਮ ਵਾਸਤੇ ਤਾਂ ਤੂੰ ਇੱਕ ਨਿਮਖ ਵਾਸਤੇ ਵੀ ਇੱਕ ਮਨ ਨਹੀਂ ਲਗਾਇਆ ਇੱਧਰ। ਹਾਂਜੀ ਵੀਰ ਜੀ। ਹੁਣ ਆਪ ਜਸਟ ਸੋਚੋ ਇਹ ਬਾਣੀ ਕਿਹਦੇ ਵਾਸਤੇ? ਕਰੋੜਾਂ ਬੰਦੇ ਮੰਦਿਰ ਜਾਂਦੇ ਆ, ਗੁਰਦੁਆਰੇ, ਕਈ ਤੇ ਮੇਖਾਂ 16 ਘੰਟੇ ਉੱਤੇ ਬੈਠੇ ਰਹਿੰਦੇ, ਝਾੜੂ ਦੇ ਝਾੜੂ ਪਤਾ ਨਹੀਂ ਕੀ ਕਰੀ ਜਾਂਦੇ। ਉਹ ਕਹਿੰਦੇ ਕਵਨ ਕਾਜ ਸਿਰਸੇ ਜਗ ਭੀਤਰ ਜਨਮ ਕਵਨ ਫਲ ਪਾਇਆ। ਭਵਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਹੁਣ ਕਹਿੰਦੇ ਉਹ ਕੌਣ ਨੇ ਫਿਰ? ਇਹਨਾਂ ਦਾ ਇਹ 1 ਮਿੰਟ ਨਾ ਲੱਗਾ ਹੋਊਗਾ ਮਨ, ਜਿਹੜੇ 16 ਘੰਟੇ ਦੇ ਉੱਥੇ ਬੈਠੇ। ਇਹਨੂੰ ਕਹਿ ਰਹੇ ਨੇ ਉਹ। ਆਪ ਜੱਟ ਸੋਚੋ ਕਿੱਡਾ ਸੀਰੀਅਸ ਸਵਾਲ ਕਰ ਰਹੇ ਨੇ ਸਾਡੇ ਤੋਂ। ਉਹਨਾਂ ਨੂੰ ਪਤਾ ਨਹੀਂ ਕਿੱਦਾਂ ਦੇ ਲੋਕ ਹੈਗੇ ਨੇ ਜਿਹੜੇ ਮੰਦਿਰ 'ਚ ਰਹਿੰਦੇ ਨੇ, ਗੁਰਦੁਆਰੇ 'ਚ ਰਹਿੰਦੇ ਨੇ, ਸਾਰਾ ਦਿਨ ਉੱਥੇ ਪਾਠ ਪੂਜਾ ਕਰਦੇ ਨੇ। ਇਹ ਸਟੇਟਮੈਂਟ ਕਿਹਦੇ ਵਾਸਤੇ ਆ? ਉਹਨਾਂ ਦਾ ਇੱਕ ਮਨ ਨਹੀਂ, ਇੱਕ ਨਿਮਕ ਮਨ ਨਹੀਂ ਲੱਗਦਾ ਹੋਊਗਾ ਉਹਨਾਂ ਦਾ ਪਰਮਾਤਮਾ। ਜੇ ਲੱਗਦਾ ਹੁੰਦਾ ਤੇ ਸਟੇਟਮੈਂਟ ਹੀ ਨਾ ਬੋਲਦੇ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਕਿੱਡਾ ਸੀਰੀਅਸ ਸਵਾਲ ਹੈ। ਤੁਸੀਂ ਜਿੱਥੇ ਰਹਿੰਦੇ ਉਹਦੇ ਤੇ ਮੰਦਿਰ, ਉੱਥੇ ਤੇ ਦੁਨੀਆ ਭਰ ਦਾ, ਦੁਨੀਆ ਬਾਬੇ ਬੈਠੇ, ਲੋਕ ਬੈਠੇ, ਪਤਾ ਨਹੀਂ ਕਿੰਨੀਆਂ ਭੀੜਾਂ ਪਈਆਂ। ਉਹ ਕਹਿੰਦੇ ਕਿ ਨਿਮਕ ਮਾਨੀ ਤਰ੍ਹਾਂ ਲੱਗ ਰਿਹਾ। ਤੇ ਇਹ ਸਟੇਟਮੈਂਟ ਕਿਹਨੂੰ ਕਹਿ ਰਹੇ ਨੇ ਉਹ? ਇਹਦਾ ਮਤਲਬ ਕਾਫੀ ਸੀਰੀਅਸ ਗੇਮ ਆ ਕਿ ਜੋ ਤੁਸੀਂ ਕਰ ਰਹੇ ਜੋ ਉਹਦੇ ਉਲਟ ਕੁਛ ਹੈਗਾ ਵਾ। ਹਾਂ ਬਿਲਕੁਲ ਸਹੀ ਗੱਲ ਆ। ਜੋ ਅੱਜ ਜਿੱਧਰ ਨੂੰ ਆਪਾਂ ਜਾ ਰਹੇ ਆ ਉਧਰ ਤੋਂ ਗੱਡੀ ਮੋੜਨੀ ਪੈਣੀ, ਯੂ ਟਰਨ ਲੈਣਾ ਪੈਣਾ ਹੈ।
ਨਿਮਕ ਮਨ ਦੀ ਗੱਲ ਕਰਦੇ ਤੁਸੀਂ ਮੈਨੂੰ ਕਹਦੇ ਹੋ ਚਰਨਜੀਤ ਅਸੀਂ 8-9 ਘੰਟੇ ਉੱਥੇ ਬੈਠੇ ਰਹਿੰਦੇ ਹਾਂ ਹਾਂ ਸਾਰਾ ਦਿਨ ਮੈਂ ਪਾਠ ਪੜ੍ਹਦਾ ਤੂੰ ਕਹਿੰਦੇ ਇੱਕ ਨਿਮਕ ਦੀ ਗੱਲ ਕਰਦੇ ਉਹ ਕਿਹੜਾ ਨਿਮਕ ਮਨ ਆ ਹਾਂ ਉਹ ਕਹਿੰਦੇ ਨਿਰਵਿਚਾਰ ਮਨ ਬਿਲਕੁਲ ਲਾਉਣਾ ਵੀ Serious। ਲਾਉਣਾ ਵੀ ਮਾਨਿਆ ਗੋਰਖੀ ਸਾਹਿਬ ਲਾਉਣਾ ਵੀ ਮਾਨਿਆ ਤਨ ਦੀ ਭਗਤੀ ਤੇ ਚੱਲਦੀ ਨਿੱਜਰ ਸਾਹਿਬ ਭਗਤੀ ਜੋ ਮੰਨਦੀ ਹੈ ਬਿਲਕੁਲ ਪਰ ਲੋਕਾਂ ਨੇ ਤਨ ਦੀ ਬਣਾ ਕੇ ਰੱਖ ਦਿੱਤੀ ਹੈ ਬੜੀ ਸੌਖੀ ਹੈ ਤਨ ਦੀ ਕਿਹੜੀ ਗੱਲ ਹੈ ਬਾਣੀ ਕਹਿੰਦੀ ਕਿ ਬਾਹਰੋਂ ਧੋਤੀ ਤੂੰ ਬੜੀ ਅੰਦਰੋਂ ਵੇਸਨ ਘੋਰ ਫਿਰ ਕਹਿੰਦੇ ਕਿ ਮਨ ਮੰਦਰ ਤਨ ਵੇਸ ਕਲੰਦਰ ਕਾਟੀ ਤੀਰਥ ਨਾਵਾ ਤੀਰਥ ਨਾ ਹਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਬਸ ਬੋੜ ਜਨਮ ਨਾਵਾ ਕਿਤੇ ਗੁਰਮੁਖ ਹੋਵੇ ਕਾਇਆ ਕੋਜੇ ਹੋਰ ਸਭ ਭਰਮ ਭੁਲਾਏ ਇਹਦੇ ਲਈ ਬਾਣੀ ਔਰ ਕਿੰਨੇ ਪੜ੍ਹਨੀ ਹੈ ਕਿਤੇ ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾ ਪਾਇਆ ਜਾਏ ਬਿਲਕੁਲ ਇਹ ਕਿਹਨੂੰ ਕਹਿ ਰਹੇ ਨੇ ਉਹ ਆਹੀ ਕਹਿ ਕਿਤੇ ਆਪਾਂ ਵਿਚਾਰ ਕੀਤੀ ਹੈ 16 ਘੰਟੇ ਵਾਲਿਆਂ ਨੂੰ ਕਹਿ ਰਹੇ ਹੋਰ ਕਿਹਨੂੰ ਕਹਿ ਰਹੇ ਆ ਜਿਨ੍ਹਾਂ ਤੇ ਡੇਰੇ ਲਾਏ ਨੇ ਔਰ ਜਿਹੜੇ ਆਪਣੇ ਆਪ ਨੂੰ ਸੁਪੀਰੀਅਰ ਕੰਪਲੈਕਸ ਦੇ ਵਿੱਚ ਬਣਾ ਕੇ ਬੈਠੇ ਨੇ ਕਿ ਬਈ ਅਸੀਂ ਬਿਲਕੁਲ ਸਹੀ ਆ ਔਰ ਸਾਡਾ ਮਾਰਗ ਸਹੀ ਆ ਜੇ ਕਿਤੇ ਇੰਨੀ ਦੁਨੀਆ ਹੁੰਦੀ ਨਾ ਤੇ ਬਾਈ ਗੋਟ ਉਹਨਾਂ ਨੇ ਲਿਖਣਾ ਸੀ ਕਿ ਬੜੇ ਧਾਰਮਿਕ ਬੰਦੇ ਵੇਖ ਲਿਆ ਪਰ ਉਹਨਾਂ ਨੇ ਕਿਹਾ ਕਿ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਕਿਉਂਕਿ ਜਿੱਦਣ ਤੇਰੇ ਜੀਵਨ 'ਚ ਇੱਕ ਨਿਮਕ ਵੀ ਤੇਰਾ ਮਨ ਟਿਕ ਗਿਆ ਨਾ ਤੇ ਕਬੀਰ ਜੀ ਕਹਿੰਦੇ ਹਾਜ਼ਰਾ ਹਜੂਰ ਖੁਦਾਏ ਹੈ ਤੱਕ ਤੁਕ ਦਮ ਕਰਾਰੀ ਜੇ ਕਰੇ ਹਾਜ਼ਰ ਹਜੂਰ ਖੁਦਾਏ ਤੇ ਖੁਦਾ ਦੇ ਵਿੱਚ ਵੜ ਗਿਆ ਇੱਥੇ ਬ੍ਰਹਮੇ ਨਹੀਂ ਜਾ ਸਕਦੇ ਵਿਸ਼ਨੂੰ ਨਹੀਂ ਜਾ ਸਕਦੇ ਮਹੇਸ਼ ਨਹੀਂ ਜਾ ਸਕਦੇ ਇਹ ਰਜੋ ਤਮੋ ਸਤੋ ਨਹੀਂ ਜਾ ਸਕਦੀ ਉੱਥੇ ਤੂੰ ਪਹੁੰਚ ਗਿਆ ਬੜੀ ਵੱਡੀ ਗੱਲ ਹੋ ਗਈ ਨਿਰਵਿਚਾਰ ਹੋ ਕੇ ਬੰਦਾ ਕਿੱਥੇ ਪਹੁੰਚ ਜਾਂਦਾ ਹਾਂਜੀ ਠੀਕ ਹੈ ਨਿਜਰ ਸਾਹਿਬ ਅਗਲੀ ਤੋਂ ਬੋਲੋ ਗੋविंद हम ऐसे अपराधी हाँ देख लो भाई कबीर जी ਆਪਾਂ ਨੂੰ ਕਹਿ ਰਹੇ ਪਿਆਰਿਆ ਤੂੰ ਅਪਰਾਧੀ ਹੈਗਾ ਦੇਖ ਉਹ ਮਾਲਕ ਨੇ ਸਾਰਾ ਕੁਝ ਦਿੱਤਾ ਕਿਹੜੇ ਕੰਮ ਵਾਸਤੇ ਭੇਜਿਆ ਤੈਨੂੰ ਸਰੀਰ ਦਿੱਤਾ ਹੈ ਜਿਨੇ ਪ੍ਰਭ ਜੀਓ ਪਿੰਡ ਥਾ ਦਿਆ ਜਿਸ ਪਰਮਾਤਮਾ ਨੇ ਜੀਓ ਇਹ ਆਤਮਾ ਤੇ ਸਰੀਰ ਦਿੱਤਾ ਆ ਕੰਬੀਨੇਸ਼ਨ ਕੀਤਾ ਆ ਤਿਸ ਕੀ ਭਾਵ ਭਗਤ ਨਹੀਂ ਸਾਦੀ ਉਹਦੀ ਭਾਵਨਾ ਕਹਿੰਦੇ ਪਿਆਰ ਦੇ ਨਾਲ ਭਗਤੀ ਕਰਨੀ ਮਨ ਲਗਾ ਕੇ ਭਗਤੀ ਕਰਨੀ ਸਾਧਨਾ ਕਰਨੀ ਨਹੀਂ ਕੀਤੀ ਸਾਧਨਾ ਭਾਈ ਹਾਂਜੀ ਵੀਰ ਜੀ ਰਹਾਓ ਉਹ ਕਹਿੰਦੇ ਕਿ ਗੋਬਿੰਦ ਹਮ ਐਸੇ ਅਪਰਾਧੀ ਕਹਿੰਦੇ ਤੁਸੀਂ ਬੜੇ ਵਿਕਾਰੀ ਤੁਸੀਂ ਉਹਨੂੰ ਛੱਡਤਾ ਜਿਹਦੀ ਭਗਤੀ ਕਰਨੀ ਸੀ ਹੋਰ ਜੜ ਦੀ ਭਗਤੀ ਕੀਤੀ ਜੋ ਤੁਹਾਡੀ ਜ਼ਿੰਦਗੀ ਵੇਖੋ ਕੀ ਹੈ ਤੁਹਾਡੀ ਜ਼ਿੰਦਗੀ ਤੁਸੀਂ ਪਰਮਾਤਮਾ ਨੂੰ ਛੱਡਤਾ ਪਰਮਾਤਮਾ ਨੂੰ ਛੱਡ ਕੇ ਬਾਕੀ ਹਰ ਚੀਜ਼ ਦੀ ਭਗਤੀ ਕੀਤੀ ਤੁਸੀਂ ਹਰ ਚੀਜ਼ ਦੀ ਪੂਜਾ ਕੀਤੀ ਹਰ ਚੀਜ਼ ਨੂੰ ਤੁਸੀਂ ਸੁਣਿਆ ਪਰ ਪਰਮਾਤਮਾ ਨੂੰ ਛੱਡਤਾ ਪਰਮਾਤਮਾ ਦੀ ਭਾਸ਼ਾ ਇੱਕੋ ਹੈ ਸਾਧ ਸੰਗਤ ਜੀ ਮੈਂ ਬਾਰ-ਬਾਰ ਕਹਿਣਾ ਚੁੱਪ ਪਰਮਾਤਮਾ ਦੂਜੀ ਭਾਸ਼ਾ ਬੋਲਦਾ ਹੀ ਨਹੀਂ ਆ ਕਹਿੰਦਾ ਮੌਨ ਹੋ ਜਾ ਤੂੰ ਕੱਲ ਪਰਸੋਂ ਵੀ ਕਥਾ ਚ ਚੱਲਣ ਦੀ ਸੀ ਗੱਲ ਨਿਜਰ ਸਾਹਿਬ ਬਿਲਕੁਲ ਚੱਲਦੀ ਸੀ ਕਹਿੰਦੇ ਮੌਨ ਹੋ ਜਾ ਯਾਰ ਕਿੰਨਾ ਬਹੁਤ ਜਨਮ ਵਿਛੜੇ ਥੇ ਮਾਂ ਦੋ ਕਹਿੰਦੇ ਆ ਕਿ ਮੈਂ ਨਹੀਂ ਹੁਣ ਇਟ ਇਜ਼ ਇਨਫ ਆਈ ਵਾਂਟ ਟੂ ਸਟਾਪ ਬਹੁਤ ਜਨਮ ਵਿਛੜੇ ਥੇ ਮਾਂ ਦੋ ਇਹ ਜਨਮ ਤੁਹਾਰੇ ਲੇਖੇ ਕਿ ਮੇਰੀ ਜ਼ਿੰਦਗੀ ਦਾ ਜਿਹੜਾ ਇਹ ਜਨਮ ਆ ਮੇਰੇ ਪਿਤਾ ਮੈਂ ਤੇਰੇ ਤੋਂ ਇਲਾਵਾ ਸੱਜੇ ਖੱਬੇ ਅੱਗੇ ਪਿੱਛੇ ਨਹੀਂ ਦੇਖਣਾ ਚਾਹੁੰਦਾ ਮੇਰੀ ਜ਼ਿੰਦਗੀ ਦਾ ਮਕਸਦ ਹੈ ਤੇਰੇ ਚਰਨਾਂ 'ਚ ਜੀਵਨ ਲਾਉਂਗਾ ਮੈਂ ਆਪਣਾ ਹੁਣ ਨਹੀਂ ਟੂ ਮੱਚ ਆਲਰੇਡੀ ਬਹੁਤ ਜਨਮ ਪਤਾ ਨਹੀਂ ਅਨਲਿਮਿਟਡ ਉਨੀ ਇਹ ਕੰਮ ਕਰਨਾ ਪਰ ਸਾਡੇ 'ਚ ਕੋਈ ਹੈਗਾ ਇੰਨੀ ਹਿੰਮਤ ਰੱਖਣ ਵਾਲਾ ਹਜੇ ਤੇ ਹੀ ਸਵਾਦ ਲੈਂਦੇ ਪਏ ਆ ਨਾਮ ਜਪਣਾ ਤੇ ਬੜੀ ਦੂਰ ਦੀ ਗੱਲ ਹੈ ਹਜੇ ਤੇ ਦੁਕਾਨ ਤੇ ਖਲੋਗੇ ਨਾ ਉਹ ਸੇਬ ਨੂੰ ਟੇਢਾ ਮੇਢਾ ਕਰਕੇ ਵੇਹਨੇ ਪਏ ਆ ਉੱਪਰੋਂ ਥੱਲੇ ਇਹ ਕੀ ਹੈ ਇਹ ਖਰਾਬ ਹੈ ਕਿੱਥੋਂ ਆਇਆ ਹੈ ਇਹ ਕਿਹੜੇ ਸ਼ਹਿਰ 'ਚ ਪੈਦਾ ਹੋਇਆ ਹੈ ਕਸ਼ਮੀਰ ਦਾ ਹੈ ਜਾਂ ਕਿਸੇ ਹੋਰ ਏਰੀਏ ਦਾ ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਹਜੇ ਆਪਾਂ ਫੀਲਿੰਗ ਲੈਣੇ ਆ ਪਰ ਜਿੱਦਾਂ ਨਾਮ ਆ ਗਿਆ ਨਾ ਜੀਵਨ ਦੀ ਸੋਚ ਬਦਲ ਜੂਗੀ ਤੁਸੀਂ ਕਹੋਗੇ ਕਿ ਮੇਰੇ ਅੰਦਰ ਤੇ ਕੁਝ ਪਤਾ ਨਹੀਂ ਕੀ ਆ ਗਿਆ ਰੁਕ ਗਿਆ ਮੈਂ ਗਤੀਹੀਨ ਹੋ ਗਿਆ ਕਿਉਂ ਉਹ ਧੁਰੇ ਦੇ ਵਿੱਚ ਆ ਗਏ ਤੁਸੀਂ ਗੁਰੂ ਨਾਨਕ ਸਾਹਿਬ ਕਹਿੰਦੇ ਗੁਰਕੀ ਸਾਹਿਬ ਕਿ ਨਾਮ ਵੱਖਰ ਵੇਖਣ ਕੋ ਜਾਏ ਨਾ ਕੋ ਚਾਖੇ ਨਾ ਕੋ ਖਾਏ ਕਹਿੰਦੇ ਦੇਖਣ ਵੀ ਕੋਈ ਨਹੀਂ ਜਾਂਦਾ ਟਾਵਾਂ ਤੇ ਚੱਖਦਾ ਤੇ ਖਾਂਦਾ ਤਾਂ ਕੋਈ ਹੈ ਹੀ ਨਹੀਂ ਉਹਨੂੰ ਖਾਣਾ ਬੜੀ ਤੜੀ ਗੱਲ ਮੈਂ ਤੇ ਕਹਿਣ
ਗੁਰੂ ਨਾਨਕ ਪਾਤਸ਼ਾਹ ਨੂੰ ਕਿੰਨੀਆਂ ਉਦਾਸੀਆਂ ਕਰਨੀਆਂ ਪਈਆਂ, ਕਿੱਥੇ ਬੰਦੇ ਲੱਭਣਦੇ ਸੀ ਉਹ ਜ਼ਮਾਨਿਆਂ 'ਚ। ਆ ਤੇ ਬਹੁਤ ਵਧੀਆ ਅਰੇਂਜਮੈਂਟ ਹੈ, ਫੋਨ ਤੇ ਗੱਲਬਾਤ ਹੋ ਜਾਂਦੀ ਤੁਹਾਡੇ ਨਾਲ, ਵਿਚਾਰ ਸਾਂਝੇ ਕਰ ਲੈਂਦੇ ਆ ਤੇ ਸਾਡੀ ਵੀ ਇਹਦੇ ਵਿੱਚ ਹਾਜ਼ਰੀ ਕਬੂਲ ਹੋ ਜਾਂਦੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਤੇ ਪੈਦਲ ਯਾਤਰਾ ਕੀਤੀ। ਹੁਣ ਮੇਰੇ ਵਰਗਾ ਇੱਥੇ ਕਿਤੇ ਮਹੀਨਾ ਕੁ ਤੁਹਾਡੇ ਲਈ ਬੈਠਾ ਰਵੇ ਤੇ ਮੈਂ ਕਹਾਂ ਨਿਜੇ ਸਾਹਿਬ ਮੈਂ ਕੰਮ ਤੇ ਜਾਣਾ। ਹਾਂ, ਔਰ ਦੇਖ ਲਓ ਗੋਰਖੀ ਸਾਹਿਬ, ਇੱਕ ਹੋਰ ਚੀਜ਼ ਦੇਖੋ, ਯਾਤਰਾ ਵੀ ਗੁਰੂ ਨਾਨਕ ਸਾਹਿਬ ਕਿੱਥੇ ਜਾਂਦੇ ਸੀਗੇ? ਇਕੱਠ ਜਿੱਥੇ ਹੁੰਦਾ ਸੀ ਨਾ, ਜਿੱਥੇ ਇਕੱਠ ਆ ਉੱਥੇ ਜਾਂਦੇ ਸੀਗੇ। ਕੁੰਭ ਦਾ ਮੇਲਾ ਹੋਇਆ ਜਾਂ ਇੱਧਰ ਜਿਹੜੇ ਹੈਗੇ ਕੁਰੂਕਸ਼ੇਤਰਾ ਦਾ ਮੇਲਾ ਹੋਇਆ, ਜਿਹੜੇ ਵੀ ਇਹਨਾਂ ਦੇ ਜਿੱਥੇ ਜਿੱਥੇ ਇਕੱਠ ਹੁੰਦੇ ਸੀਗੇ, ਜੋਗੀਆਂ ਦਾ ਇਕੱਠ ਹੋਇਆ, ਉਹ ਇਕੱਠ ਦੇ ਵਿੱਚ ਜਾ ਕੇ ਉਹ ਮਹਾਰਾਜ ਜਿਹੜੇ ਗਿਆਨ ਦਿੰਦੇ ਸੀ ਆਪਣਾ। ਉਹ ਮੈਸੇਜ ਕਨਵੇ ਨਹੀਂ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ, ਉਹ ਮੈਸੇਜ ਰਾਹ ਹੀ ਰਹਿਣ ਦਿੱਤਾ ਇਹਨਾਂ ਨੇ। ਉਹ ਮੈਸੇਜ ਨੂੰ ਪਤਾ ਨਹੀਂ ਕੀ ਬਣਾਤਾ। ਅੱਜ ਤੇ ਕੁਝ ਹੋਰ ਹੀ ਬਣ ਗਿਆ ਆਪਣਾ ਧਰਮ। ਆਪਣਾ ਧਰਮ ਦਾ ਮਤਲਬ ਸੀ ਆਖਰ ਤੇ ਆਇਆ ਸੀ ਇਹ ਧਰਮ। ਇਹਨੇ ਬੜੀ ਪਿਉਰੀਫਿਕੇਸ਼ਨ ਕੀਤੀਆਂ, ਜਿਹੜੀਆਂ ਤਰੁੱਚੀਆਂ ਸੀ, ਕਮੀਆਂ ਪੇਸ਼ੀਆਂ ਨੂੰ ਸੈਟਿੰਗ ਕਰਕੇ ਇੱਕ ਵਧੀਆ ਇੱਕ ਨਿਵੇਕਲੀ ਸੋਚ ਦਿੱਤੀ। ਆ ਬਾਣੀ ਪੜ੍ਹੋ ਤੁਸੀਂ, ਇਹ ਬਾਣੀ ਤੇ ਚੱਲਣਾ ਬੜਾ ਜ਼ਰੂਰੀ ਹੈ। ਜੇ ਨਹੀਂ ਚੱਲਾਂਗੇ ਤੇ ਮੁਸ਼ਕਿਲ ਹੋ ਜਾਏਗੀ। ਫਿਰ ਕਹਿੰਦੇ ਆ ਕਿ ਅਗਲੀ ਤੋਂ ਬੋਲਣ ਜੇ ਸਾਹਿਬ, ਜਿਨੇ ਪ੍ਰਭ ਜਿਉ ਪਿੰਡ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾਓ। ਹੁਣ ਕਹਿੰਦੇ ਕਿ ਜਿਹਨੇ ਤੁਹਾਨੂੰ ਸਰੀਰ ਦਿੱਤਾ ਸੀ, ਪਿੰਡ ਦਿੱਤਾ ਸੀ, ਤੁਸੀਂ ਨਾ ਤੇ ਉਹਦਾ ਭਾਵ ਕੀਤਾ। ਭਾਵ ਦਾ ਮਤਲਬ ਇਹ ਹੈ ਕਿ ਚਰਨਜੀਤ ਇਕੱਲਾ ਬੈਠਾ ਹੈ, ਇਹਦੇ ਬਾਵਜੂਦ ਵੀ ਪ੍ਰਮਾਤਮਾ ਦਾ ਭਾਵ ਮੈਨੂੰ ਉਹਦਾ ਪਤਾ ਲੱਗੇ ਕਿ ਮੈਂ ਪ੍ਰਮਾਤਮਾ ਦੀ ਨਜ਼ਰ 'ਚ ਹਾਂ, ਉਹਦਾ ਪਿਆਰ ਲੱਗੇ ਨਹੀਂ। ਮਾਲਕ ਦਾ ਪਿਆਰ ਤਾਂ ਆਇਆ ਹੀ ਨਹੀਂ ਆਪਣੇ ਅੰਦਰ। ਪ੍ਰੇਮ ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ। ਕਹਿੰਦੇ ਪ੍ਰੇਮ ਤਾਂ ਤੇਰੇ ਅੰਦਰ ਪੈਦਾ ਹੀ ਨਹੀਂ ਹੋਇਆ, ਪ੍ਰੇਮ ਤਾਂ ਤੇਰਾ ਮਾਇਆ ਦੇ ਵਿੱਚ ਆ। ਭਗਤੀ ਤੂੰ ਕੀਤੀ ਨਹੀਂ, ਸਾਧਨਾ ਤੂੰ ਕੀਤੀ ਨਹੀਂ। ਹਾਂ, ਉਹਦੇ ਨਾਲ ਬਾਣੀ ਕਹਿੰਦੀ ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ। ਹੁਣ ਭਾਵ ਦਾ ਮਤਲਬ ਹੈ ਕਿ ਪਿਆਰ ਦਾ ਮਤਲਬ ਇਹ ਹੁੰਦਾ ਵਾ ਕਿ ਉਹ ਅਨਕੰਡੀਸ਼ਨਲ ਲਵ, ਕੋਈ ਮਤਲਬ ਸ਼ਰਤ ਨਹੀਂ ਹੈਗੀ। ਠੀਕ ਹੈ। ਫਿਰ ਕਹਿੰਦੇ ਆ ਕਿ ਨਾ ਤੇ ਤੁਸੀਂ ਭਗਤੀ ਕੀਤੀ ਹੈ, ਨਾ ਉਹ ਭਗਤੀ ਨਹੀਂ ਸਾਧੀ। ਭਾਵ ਭਗਤ ਨਹੀਂ ਸਾਧੀ, ਤੁਸੀਂ ਉਹਦੀ ਭਗਤੀ ਨੂੰ ਸਾਧਿਆ ਨਹੀਂ। ਸਾਧੀ ਮਤਲਬ ਨਿਜਾ ਸਾਹਿਬ ਇਹੋ ਹੀ ਹੈ ਨਾ ਕਿ ਉਹਦਾ ਮਤਲਬ ਸਾਧਨਾ ਨਹੀਂ ਕੀਤੀ। ਸਾਧਨਾ ਗੁਰਕੀ ਸਾਹਿਬ ਤੁਹਾਡੇ ਤਾਂ ਇਹਦਾ ਗਰੁੱਪ ਦਾ ਨਾਂ ਹੀ ਆ ਸਾਧਨਾ ਕੁਛ। ਠੀਕ ਹੈ, ਬਿਲਕੁਲ। ਉਹ ਕਹਿੰਦੇ ਭਾਵ ਭਗਤੀ ਨਹੀਂ ਸਾਧੀ। ਕਹਿਣ ਤੋਂ ਭਾਵ ਹੈ ਕਿ ਤੂੰ ਅਣਘੜਿਆ ਹੀਰਾ ਲੈ ਕੇ ਜਾਏਗਾ, ਤੇਰੇ ਮੂੰਹ ਤੇ ਚਪੇੜਾਂ ਪੈਣੀਆਂ ਵਾ। ਬਿਲਕੁਲ ਸੱਚ ਹੈਗਾ ਜੀ। ਕਹਿੰਦੇ ਧਰਮ ਰਾਏ ਜਬ ਲੇਖਾ ਮੰਗੇ ਤਾਂ ਕਿਆ ਮੁੱਖ ਲੇਖਾ ਜਾਏਗਾ। ਤੁਸੀਂ ਮੈਨੂੰ ਇੱਥੇ ਕਹੋ ਕਿ ਚਰਨਜੀਤ ਇੱਥੇ ਮੂਰਤੀ ਬਣਾ, ਤੇ ਮੈਂ 60-70 ਸਾਲ ਬਾਅਦ ਉਹੀ ਮੂਰਤੀ ਚੁੱਕ ਕੇ ਤੁਹਾਡੇ ਕੋਲ ਲੈ ਜਾ, ਨਾ ਘੜੀ, ਕੀ ਤੁਸੀਂ ਲਾਈਕ ਕਰੋਗੇ? ਮੈਨੂੰ ਦੱਸੋ। ਤੁਸੀਂ ਕਹੋਗੇ ਚਰਨਜੀਤ ਬਹੁਤ ਵਧੀਆ ਕੰਮ ਕੀਤਾ ਪੁੱਤ, ਤੂੰ ਏਦਾਂ ਹੀ ਕੰਮ ਕਰੀ ਜਾ ਬਸ। ਨਹੀਂ, ਤੁਸੀਂ ਕੰਮ ਵਾਲੇ ਨੂੰ ਕੰਮ ਦਓ, ਉਹਨੂੰ ਕਹੋ ਵੀ ਆ ਕੰਮ ਹੋਣਾ ਚਾਹੀਦਾ, ਤੇ ਅਗਲਾ ਓਦਾਂ ਹੀ ਉਹ ਕਵੇ ਬੈਠਾ ਰਵੇ, ਮੁੱਛਾਂ ਨੂੰ ਤਾ ਦੇਈ ਜਾਵੇ, ਸ਼ਾਮੀ ਕਵੇ ਅੱਗ ਲਾਓ ਜੀ ਤੁਹਾਡਾ ਕੰਮ ਹੋ ਗਿਆ। ਤੁਸੀਂ ਕਹੋਗੇ ਤੂੰ ਤੇ ਡੱਕਾ ਨਹੀਂ ਤੋੜਿਆ। ਹਾਂ, ਉਹਨੇ ਕਹਿਣਾ ਕੱਲ ਤੋਂ ਤੂੰ ਨਹੀਂ ਆਉਣਾ ਭਾਈ ਇੱਥੇ। ਉਹਨੇ ਨਹੀਂ ਜਨਮ ਦੇਣਾ ਦੁਬਾਰਾ, ਉਹਨੇ ਦੁਨੀਆ 'ਚ ਜਨਮ ਨਹੀਂ ਦੇਣਾ ਦੁਬਾਰਾ। ਲਾਈਕ ਕਰੋਗੇ, ਠੀਕ ਹੈ ਜੀ। ਪਰ ਠੀਕ ਹੈ, ਆਪਾਂ ਇਸ ਨੂੰ ਇੱਥੇ ਵਿਚਾਰ ਨੂੰ ਲੈਂਦੇ ਹਾਂ ਕਿ ਭਗਤੀ ਦਾ ਮਤਲਬ ਭਾਵ ਭਗਤੀ ਨਹੀਂ ਸਾਧੀ। ਤੂੰ ਉਸ ਪਰਮਾਤਮਾ ਨਾਲ ਕੋਈ ਸੰਬੰਧ ਹੀ ਨਹੀਂ ਸਥਾਪਿਤ ਕੀਤਾ, ਤੂੰ ਸੋਚਿਆ ਹੀ ਨਹੀਂ ਉਹ ਪਰਮਾਤਮਾ ਨਾਮ ਦੀ ਕੋਈ ਸ਼ਕਤੀ ਹੈਗੀ ਆ। ਉਹ ਗੱਲ ਤੇਰੇ ਲਿਸਟ 'ਚ ਨਹੀਂ ਹੈਗੀ। ਮੁਸ਼ਕਿਲ ਹੋ ਜਾਏਗੀ। ਅੱਗੇ ਚਲੀ ਨਜ਼ਰ ਸਾਹਿਬ। ਅੱਗੇ ਤਾਂ ਫਿਰ ਕਬੀਰ ਜੀ ਕਹਿੰਦੇ ਆ ਕਿ ਮੈਂ ਤੈਨੂੰ ਇਹ ਵੀ ਦੱਸ ਦੇਣਾ ਤੂੰ ਕੀਤਾ ਕੀ ਹੈਗਾ, ਇਹ ਵੀ ਦੱਸਦਾ ਹੈ ਹੁਣ ਮੈਂ ਤੈਨੂੰ। ਕਹਿੰਦੇ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ। ਕਹਿੰਦੇ ਆ ਤਾਂ ਤੇਰੇ ਕੋਲ ਛੁੱਟਦਾ ਹੀ ਨਹੀਂ ਆ। ਤੂੰ ਤਾਂ ਪਰਾਇਆ ਧਨ ਲੈਣ ਨੂੰ ਬਿਲਕੁਲ ਤਿਆਰ ਰਹਿਣਾ 24 ਘੰਟੇ, ਤੇ ਪਰਾਇਆ ਤਨ ਤੱਕਦਾ ਰਹਿਣਾ ਹੈ 24 ਘੰਟੇ, ਪਰਾਈ ਨਿੰਦਾ ਕਰਦਾ ਰਹਿਣਾ ਹੈ 24 ਘੰਟੇ, ਤੇ ਪਰਾਇਆਂ ਦੇ ਨਾਲ ਅਪਵਾਦ ਕਰਦਾ ਹੈ, ਵਾਦ ਵਿਵਾਦ ਕਰਦਾ ਹੈ, ਲੜਾਈ ਝਗੜੇ ਕਰਦਾ ਹੈ। ਕਹਿੰਦੇ ਆਹ ਤਾਂ ਤੇਰੇ ਕੋਲੋਂ ਛੁੱਟਦਾ ਨਹੀਂ ਹੈ ਕੰਮ, ਇੱਧਰ ਤੋਂ ਲੱਗਿਆ ਹੋਇਆ ਹੈ। ਫਿਰ ਇਹਦੇ ਨਾਲ ਹੁੰਦਾ ਕੀ ਆ? ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਕਹਿੰਦੇ ਬਾਰ-ਬਾਰ ਜਨਮ ਮਰਨ ਦਾ ਗੇੜਾ ਲਈ ਜਾ ਰਿਹਾ। ਅੱਗੇ ਪਤਾ ਨਹੀਂ ਜੂਨਾਂ ਕਿਹੜੀਆਂ ਵੈਰਾਈਟੀ ਦੀਆਂ ਜੂਨਾਂ ਦੇ ਵਿੱਚ ਜਾ ਰਿਹਾ ਤੂੰ, ਤੇ ਫਿਰ ਤੈਨੂੰ ਚਾਂਸ ਮਿਲ ਜਾਂਦਾ ਹੈ, ਫਿਰ ਬਾਰੀ ਕਢਾ ਦਿੰਦਾ ਹੈ ਮਾਲਕ ਪਰਮਾਤਮਾ। ਕਹਿੰਦੇ ਇਸ ਤਰ੍ਹਾਂ ਆਵਾਗਮਨ ਤੇਰਾ ਬਾਰ-ਬਾਰ ਹੋ ਰਿਹਾ, ਤੇ ਇਹ ਜਿਹੜੀ ਹੈ ਪ੍ਰਸੰਗ ਜਿਹੜਾ ਹੈਗਾ ਆਵਾਗਮਨ ਦਾ, ਇਹ ਲੜੀ ਜਿਹੜੀ ਹੈ ਟੁੱਟਦੀ ਤਾਂ ਹੈ ਨਹੀਂ ਹੈ। ਦੀਵਾਲੀ ਤੇ ਜਿਵੇਂ ਪਟਾਕਿਆਂ ਦੀ ਲੜੀ ਤਾਂ ਟੁੱਟ ਜਾਂਦੀ ਹੈ, ਕਹਿੰਦੇ ਤੇਰੀ ਲੜੀ ਤਾਂ ਟੁੱਟਦੀ ਵੀ ਨਹੀਂ ਹੈ ਪਿਆਰਿਆ। ਹਾਂਜੀ ਵੀਰ ਜੀ।
ਹੁਣ ਵੇਖ ਲਓ, ਆ ਗਏ ਫਿਰ ਪੁਆਇੰਟ ਤੇ ਆ ਗਏ। ਕਹਿੰਦੇ ਪਰ ਧਨ, ਇੱਥੇ ਵੇਖ ਲਓ ਪੰਗਾ ਪੈ ਜਾਣਾ। ਜਿਹੜੀ ਚੀਜ਼ ਤੁਹਾਡੀ ਨਹੀਂ ਆ ਤੁਸੀਂ ਚੁੱਕ ਲਿਆਂਦੀ ਆ, ਉਹ ਚੰਗੀ ਚੀਜ਼ ਥੋੜੀ ਹੈ। ਪਰ ਇਹ ਕੋਈ ਕਹਿੰਦਾ ਹੈ ਉੱਥੇ, ਉਹ ਤੇ ਆਪ ਚੁੱਕ ਕੇ ਲਈ ਜਾਂਦੇ ਆ। ਤੇ ਹੁਣ ਮੇਰੇ ਵਰਗਾ ਤੇ ਬੈਠਾ ਵਾ ਤੇ ਆਪ ਚੁੱਕੀ ਵਿੱਚ ਭਰੀ ਜਾਂਦਾ ਵਾ, ਤੇ ਮੈਂ ਤੁਹਾਨੂੰ ਕਿੱਥੋਂ ਕਹੂੰਗਾ ਵੀ ਨਾ ਲਿਆਓ। ਹਾਂ ਦੇਖ ਲਓ, ਇਹਨਾਂ ਦੇ ਜਿੰਨੇ ਵੀ ਤੁਸੀਂ ਜਿੰਨੇ ਵੀ ਗੋਰਖੀ ਸਾਹਿਬ ਤੁਸੀਂ ਗਣਾਏ ਸੀਗੇ, ਇਹਨਾਂ ਦੀ ਮਾਇਆ ਦਾ ਹਿਸਾਬ ਰੱਖਣਾ ਇੰਪੋਸੀਬਲ ਆ। ਇੰਨੀ ਮਾਇਆ ਹੈ ਇਹਨਾਂ ਦੇ ਕੋਲ। ਹੁਣ ਜਿਹੜੇ ਆ ਦੇਖ ਲਓ ਕਿ ਉਹ ਮਾਇਆ ਦਾ ਕੋਈ ਯੂਜ਼ ਕਰ ਰਹੇ ਆ ਲੋਕ। ਹਾਂ, ਹੁਣ ਆ ਜਿਹੜਾ ਬਾਬਾ ਵਾ ਜਿਹਦੀ ਅੱਜ ਵੀਡੀਓ ਪਾਈ ਆ, ਉਹ ਬਾਬੇ ਜੀ ਦੇ ਨਾਂ ਤੇ 50,000 ਕਰੋੜ ਰੁਪਈਆ ਜਿਹੜਾ ਬਾਬਾ ਚਲ ਗਿਆ, ਕਿੱਥੋਂ ਆਇਆ ਪਿਆ? ਪਰਮਾਤਮਾ ਲਾਈਕ ਕਰੂਗਾ ਹੈਂ? ਪਰ ਉਹ ਇਮੇਜ ਬਹੁਤ ਉਹਦੀ ਬਾਬੇ ਦੀ, ਲੋਕਾਂ ਨੂੰ ਪਤਾ ਨਹੀਂ ਪੁੱਜੀ ਜਾਣਾ, ਪਤਾ ਨਹੀਂ ਕਿੰਨੇ ਜਨਮਾਂ ਤੱਕ ਲੋਕਾਂ ਨੇ ਉਹ ਸ਼ਦਾ ਭੁੱਲੀ ਜਾਣਾ, ਪਰ ਬਾਣੀ ਲਾਈਕ ਨਹੀਂ ਕਰਦੀ ਉਹ ਚੀਜ਼ ਨੂੰ। ਕਹਿੰਦੇ ਨਹੀਂ, ਆ ਦੇਖ ਲਓ, ਇੱਕ ਜਸਟ ਪਲੀਜ਼ ਇਗਨੋਰ ਨਾ ਕਰੋ ਤੁਸੀਂ ਬਾਣੀ ਨੂੰ। ਬਾਣੀ ਦੀ ਇੱਕ ਇੱਕ ਗੱਲ ਨੂੰ ਦੇਖੋ। ਬਾਣੀ ਕਹਿੰਦੀ ਆ ਪਰ ਤਨ ਤੂੰ ਕਿਸੇ ਦੇ ਸਰੀਰ ਨੂੰ, ਪਰਾਏ ਤਨ ਨੂੰ ਤੂੰ ਯੂਜ਼ ਨਹੀਂ ਕਰ ਸਕਦਾ, ਨਾ ਤੂੰ ਪਰਾਏ ਤਨ ਨੂੰ ਬੁਰੀ ਨਜ਼ਰ ਨਾਲ ਦੇਖ ਸਕਦਾ ਹੈ। ਔਰ ਇਹ ਗੱਲ ਹੈਗੀ ਜੋ ਪਰਾਈ ਨਿੰਦਿਆ, ਕਹਿੰਦੇ ਪਰ ਅਪਵਾਦ ਬਹਿਸ ਵਸਾਇਆ, ਜਿਹੜਾ ਅਪਵਾਦ ਮਚਾਉਂਦਾ ਹੈ। ਤੇਰੀ ਜ਼ਿੰਦਗੀ ਦੇ ਵਿੱਚ ਕੋਈ ਸਿਸਟਮ ਨਹੀਂ ਹੈ, ਤੇਰੀ ਜ਼ਿੰਦਗੀ 'ਚ ਕੋਈ ਅਸੂਲ ਨਹੀਂ ਹੈ, ਤੇਰੀ ਜ਼ਿੰਦਗੀ 'ਚ ਕੋਈ ਧਰਮ ਨਹੀਂ ਹੈ, ਇਹ ਨਹੀਂ ਛੁੱਟਣੇ। ਕਿਉਂ ਨਹੀਂ ਛੁੱਟਣੇ? ਜਿੰਨਾ ਚਿਰ ਤੇਰੇ ਤੇ ਮਾਰਾ ਮਨ ਹਿਲਦਾ ਪਿਆ, ਤੇਰਾ ਮਨ ਚੰਚਲ ਆ, ਇਹ ਸੰਸਾਰ ਨੇ ਤੇਰੇ ਤੇ ਪ੍ਰੋਜੈਕਸ਼ਨ ਕਰਨੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੀਆਂ ਤਸਵੀਰਾਂ ਤੇਰੇ ਚਿੱਤ 'ਚ ਬਣ ਗਈਆਂ, ਪਰ ਜਿੱਦਣ ਤੂੰ ਨਾਮ ਪ੍ਰਗਟ ਕਰ ਲਿਆ ਹੈ, ਤੇਰੇ ਅੰਦਰ ਇੱਕ ਐਸਾ ਪਰਬਤ ਬਣੂਗਾ ਜਿਹਨੂੰ ਹਿਲਾਉਣਾ ਬਹੁਤ ਔਖਾ, ਭਾਵੇਂ ਤੇਰੀ ਧੌਣ ਕੋਈ ਵੱਢ ਦੇ। ਨਿਜਰ ਸਾਹਿਬ, ਇਹ ਸੱਚ ਜੇ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਆ। ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਵਾਏ ਗਏ, ਅਵਾਰਿਆਂ ਨਾਲ ਚਰਾਏ ਗਏ, ਤੇ ਵੇਖੋ ਕੌਣ ਸਨ? ਉਹੀ ਸਨ ਜਿਹਦੇ ਅੰਦਰ ਉਹ ਵਿਸ਼ਾਲ ਪਰਬਤ ਸੀ। ਉਹਨਾਂ ਨੂੰ ਤੋੜਨਾ, ਵੇਖੋ ਉਹਨਾਂ ਦੀਆਂ ਧੌਣਾਂ ਵੜਤੀਆਂ ਅਗਲਿਆਂ ਨੇ, ਦੇਗਾਂ ਤੇ ਬਾਹ ਛੱਡੇ। ਬਹੁਤ ਔਖਾ, ਬਹੁਤ ਔਖਾ। ਪਰ ਬਾਣੀ ਫਿਰ ਕਹਿੰਦੀ ਹੈ, ਜਿੰਨਾ ਨਾਮ ਤੇ ਆਇਆ ਗਏ ਮਸਕਤ ਕਾਲ, ਉਹ ਨਾਨਕ ਦੇ ਮੁਖ ਉਜਲੇ ਤੇ ਕੀਤੀ ਛੁੱਟੀ ਨਾਲ। ਜਿਨ੍ਹਾਂ ਦਾ ਜ਼ਿੰਦਗੀ 'ਚ ਮੂੰਹ ਰਿਹਾ ਪਰਮਾਤਮਾ ਦੇ ਵੱਲ, ਉਹ ਛੁੱਟ ਜਾਂਦੇ। ਤੇ ਜਿਹੜੇ ਪਰਮਾਤਮਾ ਨੂੰ ਪਿੱਛਾ ਕਰ ਲੈਂਦੇ ਨੇ, ਫਿਰ ਇੱਧਰ ਤੁਰੇ ਫਿਰਦੇ ਪਰਾਏ ਤਨ 'ਚ, ਪਰਾਏ ਤਨ 'ਚ ਪਰਾਈ ਨਿੰਦਿਆ ਕਰੀ ਜਾਂਦੇ ਆ। ਫਿਰ ਉਹ ਦੂਜੇ ਅਪਵਾਦ ਬੁੱਧ 'ਚ ਤੁਰੇ ਫਿਰਦੇ ਆ, ਤੇ ਫਿਰ ਉਹਨਾਂ ਦਾ ਛੁਟਕਾਰਾ ਨਹੀਂ ਜੋ ਹੋਣਾ। ਬਹੁਤ ਮੁਸ਼ਕਿਲ। ਕਿਤੇ ਚੱਕੀ ਵਾਂਗੂ ਦਾਣਾ ਘੁੰਮੀ ਜਾਊਗਾ, ਬਾਰ-ਬਾਰ ਵੀ ਪੈ ਜਾ ਹੋਊਗਾ। ਇਹਨੂੰ ਰੋਸਟ ਕਰਨਾ ਪੈਣਾ ਹੈ। ਰੋਸਟ ਕਰ ਦੋਗੇ ਤੇ ਫਿਰ ਉਹ 'ਚ ਕੁਛ ਨਹੀਂ ਹੋਊਗਾ। ਨਿਜਰ ਸਾਹਿਬ, ਬਿਲਕੁਲ ਸਹੀ ਗੱਲ ਹੈ। ਰੋਸਟ ਕਰਨਾ ਪੈਣਾ ਹੈ। ਜਦ ਤੱਕ ਕਾਰਨਸ਼ੀਲ ਹੈਗਾ, ਤਦ ਤੱਕ ਜਨਮ ਮਰਨ ਦਾ ਗੇੜਾ ਚੱਲਦਾ ਰਹਿਣਾ। ਅੱਜ ਤਾਂ ਤੁਸੀਂ ਆਪਣੇ ਮਨ ਨੂੰ ਰੋਸਟ ਕਰ ਲੈਣਾ ਬ੍ਰਹਮ ਅਗਨ ਦੇ ਨਾਲ, ਫਿਰ ਇਹਦੇ 'ਚ ਕੋਈ ਪੈਦਾ ਨਹੀਂ ਹੋ ਸਕਦਾ। ਪਤਾ ਤੁਹਾਨੂੰ? ਪਹਿਲਾਂ ਤਾਂ ਗੋਰਖੀ ਸਾਹਿਬ ਬ੍ਰਹਮ ਅਗਨ ਪੈਦਾ ਤਾਂ ਹੋਏ, ਪਹਿਲਾਂ ਤਾਂ ਜਿਹੜੀ ਹੈਗੀ ਆ ਦੂਜੀ ਜਿਹੜੀ ਪ੍ਰਾਣ ਸ਼ਕਤੀ ਹੈਗੀ ਆ, ਇਹੀ ਜਿਹੜੀ ਹੈਗੀ ਇਹਨੂੰ ਤਾਂ ਇਕੱਠੀ ਕਰੀਏ। ਹਾਂ, ਹੁਣ ਵੇਖ ਲਓ, ਚੁੱਲ੍ਹੇ ਦੀ ਮਿੱਟੀ ਜਦੋਂ ਸੜ ਜਾਂਦੀ ਆ, ਉਹ 'ਚ ਫਿਰ ਉੱਗਦਾ ਥੋੜੀ ਆ ਕੁਛ। ਉਸੇ ਤਰ੍ਹਾਂ ਜਦੋਂ ਬ੍ਰਹਮ ਅਗਨ ਦੇ ਨਾਲ ਮਨ ਨੂੰ ਰੋਸਟ ਕਰ ਦਈਦਾ, ਉਹ 'ਚ ਫਿਰ ਕੁਛ ਵੀ ਵਿਕਾਰ ਨਹੀਂ ਪੈਦਾ ਹੋ ਸਕਦਾ। ਤੁਸੀਂ ਚਾਹ ਕੇ ਨਹੀਂ ਪੈਦਾ ਕਰ ਸਕਦੇ, ਕਿਉਂਕਿ ਤੱਤ ਨਹੀਂ ਹੈਗਾ ਉਹਦੇ ਅੰਦਰ। ਬਿਲਕੁਲ। ਔਰ ਜਿਹੜਾ ਮਨ ਹੈ, ਇਹਨੇ ਰੋਸਟ ਹੋਣਾ ਹੈ ਬ੍ਰਹਮ ਅਗਨ ਦੇ ਨਾਲ ਹੀ, ਇਹਨੇ ਰੋਸਟ ਹੋਣਾ, ਹੋਰ ਕੋਈ ਤਰੀਕਾ ਨਹੀਂ ਹੈਗਾ। ਹਾਂ, ਫਿਰ ਜਦੋਂ ਸਹਸਰਾ ਚੱਕਰ ਤੁਹਾਡਾ ਪ੍ਰਗਟ ਹੋ ਗਿਆ ਨਾ ਉੱਪਰ, ਜਿਹਨੂੰ ਕਰਾਉਨ ਚੱਕਰ ਕਹਿੰਦੇ ਆਪਾਂ, ਇਹ ਸਾਡੇ ਤੁਹਾਡੇ ਚੱਕਰ ਆ, ਮੂਲਾਧਾਰ ਤੋਂ ਲੈ ਕੇ ਜਿਹੜੇ ਉੱਪਰ ਤੱਕ ਚੱਕਰ ਆ ਨਾ, ਇਹਨਾਂ ਵਾਈਬ੍ਰੇਸ਼ਨ ਕਰਨੀ ਆ ਪੂਰੀ, ਜਿੱਦਾਂ ਇਹ ਐਕਟੀਵੇਟ ਹੋ ਜਾਣੇ ਆ ਸਾਰੇ। ਇਹਨਾਂ ਚੱਕਰਾਂ 'ਚ ਜਦੋਂ ਊਰਜਾ ਘੁੰਮਣੀ ਆ ਉੱਪਰੋਂ ਥੱਲੇ ਨੂੰ, ਨੇ ਬੜੀ ਜ਼ਬਰਦਸਤ। ਉੱਤੇ 6ਵੇਂ ਥੱਲੇ ਸ਼ਕਤੀ ਹੈ, ਇਹਨਾਂ ਦਾ ਮਿਲਣ ਹੋਣਾ ਤੁਹਾਡੇ ਅੰਦਰ। ਬਹੁਤ ਸਰੀਰ ਕੰਬਦਾ, ਬਹੁਤ ਕੰਬਦਾ। ਜਿੰਨਾ ਸਰੀਰ ਤੁਹਾਡਾ ਕੰਬੂਗਾ, ਉਹਨਾਂ ਸ਼ੁੱਧ ਗਿਆਨ ਤੁਹਾਡੇ 'ਚੋਂ ਪੈਦਾ ਹੋਊਗਾ। ਇਹ ਗੱਲ ਯਾਦ ਰੱਖਿਓ।
ਜਿੱਦੋਂ ਤੁਹਾਡੇ ਅੰਦਰ ਪ੍ਰਾਣ ਊਰਜਾ ਇੱਕਦਮ ਨਾਚ ਕਰਨ ਡੈ ਪਈ ਨਾ, ਤਾਂਡਵ ਕਰਨਾ ਤੁਹਾਡੇ ਅੰਦਰ, ਪੂਰਾ ਤਾਂਡਵ। ਸਰੀਰ ਕਰੇਗਾ ਸ਼ਾਂ ਸ਼ਾਂ ਸ਼ਾਂ। ਬਹੁਤ ਪਾਵਰਫੁਲ ਚੀਜ਼, ਕਿਉਂਕਿ ਸ਼ਿਵ ਤੇ ਸ਼ਕਤੀ ਦਾ ਮਿਲਣ ਕਰ ਲਿਆ ਤੁਸੀਂ ਆਪਣੇ ਅੰਦਰ, ਬਹੁਤ ਵੱਡੀ ਗੱਲ ਹੋ ਗਈ ਆ। ਤੇ ਜਦੋਂ ਸ਼ਿਵ ਤੇ ਸ਼ਕਤੀ ਦਾ ਮਿਲਣ ਹੁੰਦਾ ਹੈ ਤੇ ਸਾਰਾ ਬ੍ਰਹਮ ਜਿਹੜਾ ਹੈ ਨਾ ਇੱਕ ਸੰਗੀਤਮਈ ਲਹਿ ਦੇ ਵਿੱਚ ਆ ਜਾਂਦਾ ਹੈ, ਕਿਉਂਕਿ ਉਹ ਬ੍ਰਹਮ ਚਾਹੁੰਦਾ ਹੈ, ਡਿਸਕਵਰ ਕਰਨਾ ਚਾਹੁੰਦਾ ਹੈ ਪਰਮਾਤਮਾ ਆਪਣੇ ਆਪ ਨੂੰ। ਔਰ ਇਹੋ ਹੀ ਤਰੀਕਾ ਵਾ ਪਰਮਾਤਮਾ ਨੂੰ ਪੁੱਤਾਂ ਵਾਲਾ ਕਰ ਦੇਣਾ, ਬਹੁਤ ਵੱਡੀ ਗੱਲ ਹੈ। ਔਰ ਇਸ ਲਈ ਬਾਣੀ ਕਹਿੰਦੀ ਹੈ ਕੋਟਨ ਵਿੱਚ ਇੱਕ ਬੰਦਾ ਆਉਂਦਾ ਹੈ, ਉਹ ਫਿਰ ਪਰਮਾਤਮਾ ਨੂੰ ਇੱਕ ਜਿੱਦਾਂ ਇੱਕ ਪਰਮਾਤਮਾ, ਵੇਖੋ ਸਾਰੀ ਦੁਨੀਆ ਪਰਮਾਤਮਾ ਦੀ ਜੋ, ਪਰ ਪਰਮਾਤਮਾ ਦਾ ਪੁੱਤ ਨਹੀਂ ਹੈਗਾ ਇੱਥੇ। ਹਾਂ, ਤਾਂ ਹੀ ਉਹ ਬਾਣੀ ਕਹਿੰਦੀ ਹੈ ਬਿਲਕੁਲ ਕੋਟਨ ਵਿੱਚ ਇੱਕ ਹੈ, ਇਹ ਬ੍ਰਹਮ ਗਿਆਨੀ ਹੈਗੇ ਪਰਮਾਤਮਾ ਦੇ ਪੁੱਤ। ਬੜੇ ਤਗੜੇ ਪੁੱਤ ਹੋ। ਫਿਰ ਅੱਗੇ ਤੇ ਸੋਚੋ ਕਿ ਕਿੰਨੀ ਵੱਡੀ ਗੱਲ ਹੈ ਕਿ ਪਰਮਾਤਮਾ, ਮੇਰੀਆਂ ਗੱਲਾਂ ਸਾਰੀਆਂ ਤੁਹਾਨੂੰ ਲੱਗਦੀਆਂ ਫਿਲਮੀ ਗੱਲਾਂ, ਪਰ ਸੱਚ ਹੈ। ਬਿਲਕੁਲ ਸੱਚ ਹੈ ਜੀ, ਬਿਲਕੁਲ ਸੱਚ ਆ। ਮੈਂ ਦੇਖ ਲਓ ਇਹਨੂੰ ਪ੍ਰੌੜਤਾ ਕਰਦਾ ਹੈ ਭਾਈ, ਬਾਣੀ ਦੇ ਵਿੱਚ ਆਹੀ ਕੁਛ ਲਿਖਿਆ ਹੋਇਆ ਬਸ। ਪਰਮਾਤਮਾ ਨੂੰ ਪੁੱਤਾਂ ਨਾਲ ਕਰਨਾ ਹੈ ਆਪਾਂ। 774 ਪੁੱਤ ਬੈਠੇ ਆ ਪਰਮਾਤਮਾ ਦੇ, ਕਿੱਡੀ ਵੱਡੀ ਗੱਲ ਹੈ। ਉਹ ਪਰਮਾਤਮਾ ਨੂੰ ਪਤਾ ਨਹੀਂ ਹੈ, ਪੱਕੀ ਤਰ੍ਹਾਂ ਪਤਾ ਹੈ, ਬਹੁਤ ਜਾਣ। ਅਸੀਂ ਗਲਤੀ ਕਰ ਸਕਦੇ ਹਾਂ, ਪਰ ਉਹਦੇ ਕਾਨੂੰਨ 'ਚ ਗਲਤੀ ਨਹੀਂ ਹੈ। ਬਹੁਤ ਖੁਸ਼ ਹੈ। ਇਹ ਕਥਾ ਦੇ ਟਾਈਮ ਤੇ ਆਉਂਦਾ ਹੈ, ਸਾਡੀਆਂ ਗੱਲਾਂ ਸੁਣਦਾ ਹੈ, ਇੱਧਰੋਂ ਸੁਣੀ ਜਾਂਦਾ ਹੈ, ਇੱਧਰੋਂ ਬੋਲੀ ਜਾਂਦਾ ਹੈ। ਬੋਲਦਾ ਉਹੀ ਹੈ, ਸੁਣਦਾ ਵੀ ਉਹ ਆ। ਇਹ ਬ੍ਰਹਮ ਵਿਦਿਆ ਤੁਹਾਨੂੰ ਦੱਸਿਆ ਵਾ ਕਿ ਜਦੋਂ ਇਹ ਬ੍ਰਹਮ ਵਿਦਿਆ ਦੀ ਕਥਾ ਚੱਲਦੀ ਹੈ ਤੇ ਬ੍ਰਹਮ ਸੁਣਦਾ ਇਹਨੂੰ, ਬ੍ਰਹਮ ਖੁਦ ਸੁਣਦਾ ਹੈ, ਖੁਦ ਬੋਲਦਾ ਹੈ, ਕਿਉਂਕਿ ਐਸੀ ਕਥਾ ਹੁੰਦੀ ਨਹੀਂ ਹੈ। ਤੁਸੀਂ ਦੋ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਲੋੜ ਪਈ ਉਦਾਸੀਆਂ ਕਰਨ ਦੀ? ਉਹਦੇ ਉਹਨਾਂ ਕਹਿਤਾ ਕਿ ਹਜ਼ਾਰਾਂ ਬੰਦੇ ਆ ਗਏ, ਕਬੀਰ ਜੀ ਕਾਸ਼ੀ 'ਚ ਬੈਠੇ ਆ, ਉਹ ਕਹਿੰਦੇ ਮੈਂ ਐਸੀ ਕਥਾ ਸੁਣਾਉਣਾ, ਸੁਣਦਾ ਹੀ ਨਹੀਂ ਕੋਈ ਤਿਆਰ ਹੀ ਨਹੀਂ ਹੈਗਾ, ਫਿਰ ਮੈਨੂੰ ਇਕੱਲੇ ਨੂੰ ਚੜ੍ਹਨਾ ਪੈ ਰਿਹਾ। ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਕਿਤੇ ਚਟਨੀ ਕੋਈ ਖਾਂਦਾ ਨਹੀਂ, ਪਰ ਜਦੋਂ ਚਟਨੀ ਨੂੰ ਖਾਣ ਵਾਲੇ ਇਕੱਠੇ ਹੋ ਜਾਂਦੇ ਆ ਤੇ ਸਮਝ ਲਓ ਕਿ ਚਮਤਕਾਰ ਹੋ ਗਿਆ। ਬਹੁਤ, ਜੇ ਤੁਸੀਂ ਥੋੜਾ ਛੱਡਦੇ ਜੋ ਨਾ, ਥੋੜਾ ਜਿਹਾ ਫੁੱਲੀਆਂ ਛੱਡਦੇ ਜੋ, ਉਹਦੇ ਵਿੱਚ ਤੁਹਾਨੂੰ ਪ੍ਰਾਪਤੀ ਬਹੁਤ ਵੱਡੀ ਹੈ। ਆ ਵੇਖੋ ਫੁੱਲੀਆਂ ਤੇ ਹੈਗੀਆਂ ਧਨ, ਤਨ, ਇਹਨੂੰ ਛੱਡਣਾ ਪੈਣਾ ਧਨ। ਖਾਸ ਕਰਕੇ ਮੈਂ ਸਾਰਿਆਂ ਨੂੰ ਕਹਿੰਦਾ ਇਹ ਚੀਜ਼ ਤੋਂ ਬਚੋ। ਠੀਕ ਹੈ ਸਾਧ ਸੰਗਤ ਜੀ, ਆਪਾਂ ਅੱਗੇ ਚੱਲਦੇ ਹਾਂ। ਕਥਾ ਬਹੁਤ ਵਧੀਆ ਹੋ ਰਹੀ ਹੈ ਤੇ ਨੇਜਾ ਸਾਹਿਬ 5 ਮਿੰਟ ਰਹਿ ਗਏ। ਕਿੰਨਾ ਟਾਈਮ ਆਪਣਾ, ਕਿੰਨੀ ਕੁ ਲੈਣੀ ਹੋਰ ਕਥਾ? ਨਹੀਂ ਪੂਰੀ ਲੈਣੀ ਹੈ ਜੀ ਗੁਰਕੀ ਸਾਹਿਬ। ਸ਼ਬਦ ਅੱਜ ਲੇਟ ਸ਼ੁਰੂ ਹੋਇਆ, ਕੋਈ ਪ੍ਰੋਬਲਮ ਨਹੀਂ ਹੈ, ਥੋੜਾ ਇੱਕ ਦਿਨ ਲੇਟ ਹੋ ਜਾਵਾਂਗੇ। ਤੇ ਠੀਕ ਹੈ ਜੀ। ਜੇ ਹੁਣ ਦੇਖੋ ਜੋ ਗੱਲ ਤੁਸੀਂ ਕਹਿ ਰਹੇ ਹੋ ਗੁਰਕੀ ਸਾਹਿਬ, ਬਾਣੀ ਅਗਲੀ ਤੋਂ ਉਹੀ ਗੱਲ ਕਹਿ ਰਹੀ ਆ ਜਿਹੜੀ ਤੁਸੀਂ ਕਥਾ ਦੀ ਗੱਲ ਕਰ ਰਹੇ ਹੋ। ਕਹਿੰਦੇ ਇਹ ਕਥਾ ਜਿਹੜੀ ਹੈਗੀ, ਜੇ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਕ ਨਾ ਕੀਨੋ ਮੈਂ ਫੇਰਾ। ਕਹਿੰਦੇ ਉਹ ਕਥਾ ਤਾਂ ਉੱਥੇ ਜਾਂਦਾ ਹੀ ਨਹੀਂ ਹੈ, ਇਨਸਾਨ ਸੁਣਦਾ ਹੀ ਨਹੀਂ ਹੈ। ਕਹਿੰਦੇ ਨਿਮਕ ਵਾਸਤੇ ਵੀ ਮੈਂ ਫੇਰੀ ਨਹੀਂ ਮਾਰੀ ਉੱਥੇ। ਜੇ ਕਰ ਕਥਾ ਹੋਤ ਹਰ ਸੰਤਨ, ਆਹ ਜਿਹੜੀ ਹੈਗੀ ਬ੍ਰਹਮ ਗਿਆਨ ਜਿਹੜਾ ਹੈਗਾ, ਕਹਿੰਦੇ ਇੱਕ ਨਿਮਕ ਵਾਸਤੇ ਵੀ ਨਹੀਂ ਮੈਂ ਉੱਥੇ ਫੇਰਾ ਪਾਇਆ। ਜੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਕ ਨਾ ਕੀਨੋ ਮੈਂ ਫੇਰਾ। ਫਿਰ ਮੈਂ ਕੀ ਕਰਦਾ ਸੀਗਾ? ਲੰਪਟ, ਚੋਰ, ਧੂਤ, ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਲੰਪਟ ਜਿਹਦੇ ਕਹਿੰਦੇ ਆ ਕਿ ਵਿਸ਼ੇ ਵਿਕਾਰੀ, ਚੋਰ, ਦੂਤ, ਕਾਮ, ਕ੍ਰੋਧ, ਲੋਭ, ਓਂਕਾਰ, ਇਹਨਾਂ ਦੇ ਮਤਵਾਰਾ ਕਰ ਦਿੰਦੇ। ਤਿੰਨ ਸੰਗ ਸਦਾ ਬਸੇਰਾ, ਕਹਿੰਦੇ ਇਹਨਾਂ ਦੇ ਨਾਲ ਹਮੇਸ਼ਾ ਮੇਰਾ ਵਾਸਾ ਰਹਿੰਦਾ ਸੀਗਾ, ਇੱਥੇ ਮੇਰਾ ਟਾਈਮ ਸਪੈਂਡ ਹੁੰਦਾ ਸੀਗਾ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ, ਇੱਕਦਮ ਸ਼ੁੱਧ ਗਿਆਨ। ਇਹ ਬਾਣੀ ਕੋਈ ਫਾਰਸੀ 'ਚ ਨਹੀਂ ਲਿਖੀ, ਪੰਜਾਬੀ 'ਚ ਲਿਖੀ ਹੈ। ਕਹਿੰਦੇ ਆ ਜੈ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਕ ਨਾ ਕੀਨੋ ਮੈਂ ਫੇਰਾ। ਹੁੰਦੇ ਮੈਂ ਇੱਕ ਛਣ ਦੇ ਲਈ ਉੱਥੇ ਪਹੁੰਚਿਆ ਤੇ ਮੈਂ ਕਿੱਥੇ ਤੁਰਿਆ ਫਿਰਦਾ? ਫਿਰ ਜਿੱਥੇ ਕਥਾ ਨਹੀਂ ਹੋ ਰਹੀ, ਜਿੱਥੇ ਕੁਛ ਹੋਰ ਹੋ ਰਿਹਾ, ਪਰ ਜਿੱਥੇ ਕਥਾ ਹੋ ਰਹੀ ਆ ਆਪਾਂ ਕਹਿੰਦੇ ਮੈਂ ਉੱਥੇ ਨਹੀਂ ਗਿਆ। ਤੇ ਤੁਸੀਂ ਕਹੋਗੇ ਵੀਰ ਜੀ ਸਾਡੀਆਂ ਬੱਸਾਂ ਭਰ ਕੇ ਤੁਰੀਆਂ ਜਾਂਦੀਆਂ, ਕਿੱਧਰ ਜਾਂਦੀਆਂ? ਕਿੱਥੇ ਜਾਂਦੇ ਆ? ਉਹ ਕਹਿੰਦੇ ਜਿੱਥੇ ਕਥਾ ਹੁੰਦੀ ਉੱਥੇ ਮੈਂ ਇੱਕ ਛਣ ਨਹੀਂ ਜਾਂਦਾ, ਹੋਰ ਮੈਂ ਜਗ੍ਹਾ ਤੁਰਿਆ ਫਿਰਦਾ ਵਾਂ ਸਾਰੀ ਜਗ੍ਹਾ 'ਚ। ਉਹ ਕਥਾ ਕਿੱਥੇ ਹੁੰਦੀ ਆ? ਉਹ ਤੁਹਾਡੇ ਅੰਦਰ ਪਰਮਾਤਮਾ ਦਾ ਨਾਮ ਹੈ ਨਿਜ ਸਾਹਿਬ, ਉਹ ਸਾਡੇ ਅੰਦਰ ਆ। ਆਪਾਂ ਉੱਥੇ ਨਹੀਂ ਜਾਂਦੇ, ਆਪਾਂ ਬਾਹਰ ਤੁਰੇ ਫਿਰਦੇ। ਜਿਹੜੇ ਅੰਮ੍ਰਿਤਸਰ ਲਈ ਤਰਨਤਾਰਨ ਤੁਰੇ ਜਾਂਦੇ ਆ, ਤਰਨਤਾਰਨ ਲਈ ਅੰਮ੍ਰਿਤਸਰ ਆਈ ਜਾਂਦੇ ਆ।
ਪੰਜਾਬ ਵਾਲੇ ਹਰਿਆਣੇ 'ਚ ਤੁਰੇ ਜਾਂਦੇ, ਹਰਿਆਣੇ ਵਾਲੇ ਪੰਜਾਬ 'ਚ ਤੁਰੇ ਆਉਂਦੇ। ਆਪਣੀ ਜਿੰਨੀ ਵੀ ਯਾਤਰਾ ਹੈ ਸਾਰੀ ਬਾਹਰ ਦੀ ਹੈ। ਜਿਹੜੀ ਕਥਾ ਹੈ ਨਾ, ਦੇਖੋ ਸੰਤਾਂ ਦੀ ਕਥਾ ਹੈ, ਜਿਹੜੀ ਗਿਆਨੀਆਂ ਦੀ ਕਥਾ ਹੈ, ਬ੍ਰਹਮ ਗਿਆਨੀ ਦੀ ਕਥਾ, ਉਹ ਕਹਿੰਦੇ ਤੂੰ ਅੰਦਰ ਜਾ, ਤੇਰੇ ਅੰਦਰ ਆ। ਪਰ ਇਹ ਲੋਕ ਕਹਿੰਦੇ ਨਹੀਂ, ਉਹ ਸਾਡੇ ਕੋਲ ਆ। ਫਰਕ ਇਹਨਾਂ ਵਾ। ਬ੍ਰਹਮ ਗਿਆਨੀ ਕੀ ਕਹਿੰਦੇ, ਇੱਕ ਵੀਰ ਜੀ ਕਹਿੰਦੇ ਕਿ ਤੇਰੇ ਅੰਦਰ ਆ। ਉਹ ਕਹਿੰਦੇ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸਤੈ ਬੋੜ ਜਨਮ ਨਾਵਾਂ, ਤੇਰੇ ਅੰਦਰ ਆ। ਪਰ ਇਹ ਕਹਿੰਦੇ ਨਹੀਂ, ਤੂੰ ਸਾਡੇ ਕੋਲ ਆ, ਅਸੀਂ ਤੈਨੂੰ ਬੁਲਾਉਂਦੇ। ਜਿੱਦਾਂ ਇੱਕ ਡਾਕਟਰ ਕੋਲ ਨਹੀਂ ਚੱਲ ਜਾਂਦਾ ਤੇ ਉਹ ਕਹਿੰਦਾ ਬਈ ਤੈਨੂੰ ਮੈਂ ਦਵਾਈ ਦਊਂਗਾ ਤੇ ਤੂੰ ਤਾਂ ਠੀਕ ਹੋ। ਇਸੇ ਤਰ੍ਹਾਂ ਦਾ ਕੋਈ ਚੱਕਰ ਆ। ਕਹਿੰਦੇ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ। ਉੱਥੇ ਨੀ ਮੈਂ ਗਿਆ ਜਿੱਥੇ ਸੁੱਖ ਆ, ਅੱਛਾ ਜਿੱਥੇ ਆਨੰਦ ਆ। ਪਰ ਆਹ ਜਿਹੜੇ ਚੋਰ ਆ, ਦੂਤ ਹੈਗੇ, ਮਤਵਾਰੇ ਤਿੰਨ, ਇਹਨਾਂ ਦੇ ਨਾਲ ਮੇਰਾ ਸੰਗ ਆ, ਇਹਨਾਂ ਦੇ ਨਾਲ ਮੇਰੀ ਦੋਸਤੀ ਹੈ। ਤੁਸੀਂ ਵੇਖੋ ਠੱਗਾਂ ਦੇ ਨਾਲ ਦੋਸਤੀ ਆ ਲੋਕਾਂ ਦੀ, ਉਹਨਾਂ ਦੇ ਨਾਲ ਖੁਸ਼ ਰਹਿੰਦੇ ਨੇ। ਤੇ ਜਿਹੜੇ ਮਤਲਬ ਜਿੰਨਾ ਵਿਕਾਰੀ ਲੋਕ ਆ, ਉਹਨਾਂ ਦੇ ਨਾਲ ਸਾਡਾ ਫਰੈਂਡਸ਼ਿਪ ਹੈਗੀ। ਤੇ ਜਿੱਥੇ ਕਥਾ ਹੁੰਦੀ ਆਪਾਂ ਉੱਥੇ ਜਾਂਦੇ ਕਿਉਂ ਨਹੀਂ? ਇੱਕ ਨਿਮਕ ਵਾਸਤੇ ਜਾਈਏ। ਇੱਕ ਨਿਮਕ ਨਾ ਕੀਨੋ ਮੈਂ ਫੇਰਾ। ਕਦੀ ਵੀ ਕਹਿੰਦੇ ਮੈਂ ਅੰਦਰ ਵੜਿਆ ਹੀ ਨਹੀਂ ਆਪਣੇ, ਕਦੀ ਵੀ ਇੱਕ ਨਿਮਕ ਵਾਸਤੇ ਵੀ ਨਹੀਂ ਵੜਿਆ। ਮੈਂ ਕਹਿੰਦਾ ਸਾਰੀ ਜ਼ਿੰਦਗੀ ਲੰਘ ਜੇ ਨਾ, ਬੰਦੇ ਨੂੰ ਇੱਕ ਛਾਣ ਦੀ ਸਮਾਧੀ ਨਹੀਂ ਮਿਲਦੀ। ਜਾਂਦਾ ਹਰ ਰੋਜ਼ ਆ, ਪਰ ਉਦੋਂ ਬੇਹੋਸ਼ੀ ਅਵਸਥਾ ਜਾਈਦਾ, ਫਾਇਦਾ ਕੋਈ ਨਹੀਂ ਹੈਗਾ। ਹਾਂਜੀ, ਅਗਲੀ ਤੋਂ ਬੋਲਣ ਜਸ। ਕਾਮ ਕ੍ਰੋਧ ਮਾਇਆ ਮਦ ਮਤਸਰ, ਕਹਿੰਦੇ ਬਸ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਹੈਗਾ, ਮਤਸਰ ਕਹਿੰਦੇ ਈਰਖਾ, ਇਹ ਸੰਪੈ ਮੋਹ ਮਾਹੀ। ਕਹਿੰਦੇ ਇਹ ਸੰਪੱਤੀ ਤਾਂ ਮੇਰੇ ਕੋਲ ਭਰਪੂਰ ਹੈਗੀ ਆ ਭਾਈ, ਆਹ ਤਾਂ ਮੈਂ ਖੱਟੀ ਕੀਤੀ ਹੈ ਸਾਰੀ ਦੀ ਸਾਰੀ, ਇਹਦਾ ਤਾਂ ਮੈਂ ਗਾਹ ਪਾਤਾ ਹੈ। ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਹੀ, ਦਇਆ ਧਰਮ ਔਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ। ਕਹਿੰਦੇ ਦਇਆ ਤੇ ਧਰਮ, ਬਈ ਮੈਂ ਕਾਹਦੇ ਵਾਸਤੇ ਆਇਆ ਇੱਥੇ, ਮੇਰਾ ਧਰਮ ਕੀ ਹੈ? ਮਨੁੱਖਤਾ। ਔਰ ਗੁਰੂ ਦੀ ਸੇਵਾ, ਔਰ ਗੁਰ ਕੀ ਸੇਵਾ। ਗੁਰੂ ਦੀ ਸੇਵਾ ਕੀ ਆ? ਬਈ ਗਿਆਨ ਲੈ ਲਾ ਪਏ ਮੇਰੇ ਕੋਲੋਂ, ਮੇਰਾ ਗਿਆਨ ਲੈ ਕੇ ਤੇ ਇਹਦੇ ਅਨੁਸਾਰ ਜਿਹੜਾ ਹੈਗਾ ਆਪਣੇ ਆਪ ਨੂੰ ਬਦਲ ਲਾ। ਇਹ ਸੁਪਨੰਤਰ ਨਾਹੀ, ਕਹਿੰਦੇ ਸੁਪਨੇ ਵਿੱਚ ਵੀ ਨਹੀਂ ਆ ਇਹ ਚੀਜ਼ ਮੇਰੇ ਕੋਲ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਕਹਿੰਦੇ ਸਹੀ ਜਗ੍ਹਾ ਤੇ ਮੈਂ ਜਾਂਦਾ ਨਹੀਂ ਆ, ਗਲਤ ਜਗ੍ਹਾ ਮੈਂ ਤੁਰਿਆ ਫਿਰਦਾ। ਆਪ ਜਸਟ ਦੇਖੋ ਬਾਣੀ ਕੀ ਕਹਿ ਰਹੀ ਹੈ, ਸਾਨੂੰ ਕੀ ਸਮਝਾ ਰਹੀ ਹੈ। ਧਰਮ ਨਹੀਂ ਹੈਗਾ, ਦਇਆ ਨਹੀਂ ਹੈਗੀ, ਤੇ ਫਿਰ ਮੁਸ਼ਕਲ ਆ। ਹਾਂਜੀ, ਅਗਲੀ ਚਲੀਏ ਤੁਕ ਨੇ ਜੈਸਾ। ਦੀਨ ਦਿਆਲ ਕਿਰਪਾਲ ਦਮੋਦਰ ਭਗਤ ਬਛਲ ਭੈ ਹਾਰੀ। ਕਹਿੰਦੇ ਹੇ ਮਾਲਕਾ, ਤੂੰ ਤਾਂ, ਮੈਂ ਦੀਨ ਹੈਗਾ ਆ, ਤੂੰ ਦੀਨ ਦਿਆਲ ਹੈ, ਤੇਰਾ ਨਾਮ ਦੀਨਾਂ ਤੇ ਦਇਆ ਕਰਨਾ ਤੇਰਾ ਨਾਮ ਹੈਗਾ, ਤੇ ਤੂੰ ਕਿਰਪਾਲ ਵੀ ਹੈਗਾ, ਤੂੰ ਦਮੋਦਰ ਵੀ ਹੈਗਾ ਆ, ਤੇ ਭਗਤ ਬਛਲ ਵੀ ਹੈਗਾ ਆ, ਭਗਤੀ ਤੇ ਖੁਸ਼ ਹੋ ਜਾਣਾ ਆ। ਭੈ ਹਾਰੀ, ਤੂੰ ਮੇਰਾ ਭੈ ਦੂਰ ਕਰਨ ਵਾਲਾ ਹੈ, ਭੈ ਨੂੰ ਦੂਰ ਕਰ ਦੇਣਾ। ਜਿਹੜਾ ਵੀ ਤੇਰੇ ਅੱਗੇ ਦੀਨ ਹੁੰਦਾ ਹੈ ਉਹਦਾ ਤੂੰ ਮਾਇਆ ਦਾ ਭੈ ਦੂਰ ਕਰ ਦੇਣਾ ਹੈ। ਹੁਣ ਮੈਂ ਤੈਨੂੰ ਆਹ ਸਾਰੀਆਂ ਆਪਣੀਆਂ ਪ੍ਰੋਬਲਮਾਂ ਦੱਸਤੀਆਂ ਵੀ ਮੈਂ ਕੀ ਹੈਗਾ ਆ ਔਰ ਮੈਨੂੰ ਕੀ ਬਣਨਾ ਚਾਹੀਦਾ ਸੀਗਾ, ਪਰ ਮੈਂ ਨਹੀਂ ਬਣ ਪਾਇਆ। ਹੁਣ ਤੇਰੀ ਮਦਦ ਦੀ ਲੋੜ ਹੈਗੀ ਆ। ਦੀਨ ਦਿਆਲ ਕਿਰਪਾਲ ਦਮੋਦਰ ਭਗਤ ਬਛਲ ਭੈ ਹਾਰੀ, ਕਹਿਤ ਕਬੀਰ ਪੀਰ ਜਨ ਰਾਖੋ, ਹਰ ਸੇਵਾ ਕਰੋ ਤੁਮਾਰੀ। ਮਾਲਕਾ, ਤੂੰ ਜਿਹੜੀ ਆ ਤੇਰੇ ਤਾਂ ਹੈਗੇ ਆ ਸਾਰੀ ਦੀ ਸਾਰੀ ਭੀੜ ਜਿਹੜੀ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਿਹੜੀ ਭੀੜ ਪਾਈ ਹੋਈ ਆ, ਜਿਨ੍ਹਾਂ ਨੇ ਇਹਦੇ ਮੇਰੇ ਅੰਦਰ ਜਿਹੜਾ ਗਾਹ ਪਾਇਆ ਹੋਇਆ ਆ, ਇਹ ਤੇਰੇ ਤਾਂ ਹੈਗੇ ਕਰਿੰਦੇ, ਤੇ ਇਹਨਾਂ ਨੂੰ ਤੂੰ ਰੱਖ। ਮੈਂ ਤੇਰੀ ਸੇਵਾ ਕਰਾਂ, ਮੈਂ ਤੇਰਾ ਧਿਆਨ ਸਿਮਰਨ ਕਰਾਂ। ਮਾਲਕਾ, ਆਹ ਜਨਮ ਤੂੰ ਇਸ ਵਾਸਤੇ ਦਿੱਤਾ ਹੈ, ਤੇ ਤੂੰ ਵੀ ਤਾਂ ਹੁਣ ਮੇਰੀ ਮਦਦ ਕਰਨਾ, ਤਾਂ ਮੈਂ ਇਹ ਕੰਮ ਕਰ ਸਕਦਾ ਹਾਂ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਪ੍ਰਮਾਤਮਾ ਦੀ ਮਿਹਰ ਹੈ। ਉਹ ਕਹਿੰਦੇ ਆ ਕਿ ਉਹ ਸਾਡੇ ਅੰਦਰ ਔਗਣਾਂ ਨੂੰ ਖਤਮ ਕਰ ਦਿੰਦਾ ਹੈ, ਪਰ ਜਦੋਂ ਅਸੀਂ ਉਹਦੇ ਗੜੀ ਜਾਂਦੇ ਹਾਂ ਔਰ ਬੇਨਤੀ ਕਰਨੀ ਪੈਂਦੀ ਹੈ, ਪਰ ਜਿੰਨਾ ਚਿਰ ਆਪਾਂ ਬੇਨਤੀ ਨਹੀਂ ਕਰਦੇ, ਬੰਦਾ ਬੇਨਤੀ ਕਰਦਾ ਹੀ ਨਹੀਂ ਹੈ। ਕੌਣ ਕਹਿੰਦਾ ਮੇਰੇ ਚੋਂ ਕਾਮ ਉੱਡ ਜੇ, ਕ੍ਰੋਧ ਉੱਡ ਜੇ, ਲੋਭ ਮੁੜ ਜੇ, ਮੋਹ ਉੱਡ ਜੇ, ਹੰਕਾਰ ਉੱਡ ਜੇ। ਤੁਸੀਂ ਕਹਿ ਦੋ ਲੋਭ ਦੀ ਗੱਲ ਕਰਦੇ ਜੋ, ਫਿਰ ਤੁਸੀਂ ਕਹੋਗੇ ਰਿਸ਼ਵਤ ਕਿੱਦਾਂ ਲੈਣੀ ਹੈ? ਫਿਰ ਕੋਈ ਮੰਗਦਾ? ਔਖਾ ਹੈ ਕੰਮ, ਠੀਕ ਹੈ ਜੀ। ਪਰ ਉਹ ਕਹਿੰਦੇ ਆ ਕਿ ਨਹੀਂ, ਇਸ ਚੀਜ਼ ਤੇ ਵਿਚਾਰ ਕਰਨੀ ਚਾਹੀਦੀ ਹੈ। ਠੀਕ ਹੈ ਨਿਜਾ ਸਾਹਿਬ। ਹਾਂ, ਕਹਿੰਦੇ ਭੀੜ ਆ ਭਾਈ, ਇਹਨਾਂ ਦੀ ਭੀੜ ਆ ਮੇਰੇ ਅੰਦਰ, ਇਹਨਾਂ ਤੋਂ ਬਚਾ ਮੈਨੂੰ। ਹਾਂ, ਪ੍ਰਮਾਤਮਾ ਗੜੀ ਕਹਿੰਦੇ ਨੇ ਕਿ ਮੇਰੀ ਹੈਲਪ ਕਰੋ, ਮੇਰੀ ਮਦਦ ਕਰੋ। ਇਹ ਕਾਫੀ ਵੱਡੀ ਸੰਖਿਆ ਚ ਹੈਗੇ ਨੇ ਤੇ ਪਾਵਰਫੁਲ ਨੇ, ਇਹਨਾਂ ਤੋਂ ਤੁਸੀਂ ਮੁਕਤ ਕਰੋ। ਮੈਨੂੰ ਮਦਦ ਦਿਓ, ਮੈਨੂੰ ਵੀਟੋ ਪਾਵਰ ਦਿਓ, ਨਾਮ ਰੂਪੀ ਸ਼ਕਤੀ ਦਿਓ, ਮੈਂ ਆਪੇ ਲੜਾਂਗਾ ਇਹਨਾਂ ਨਾਲ ਬਾਅਦ।
ਠੀਕ ਹੈ ਬਸ ਨਿੱਜਰ ਸਾਹਿਬ। ਬਹੁਤ ਵਧੀਆ ਗੁਰ ਅੱਜ ਦੀ ਵਿਚਾਰ ਇੱਥੇ। ਹਾਂਜੀ ਵੀਰ ਜੀ। ਨਿੱਜਰ ਸਾਹਿਬ ਅੱਜ ਦੀ ਸਮਾਧੀ ਤੁਸੀਂ ਲਵਾ ਦਿਓ। ਅੱਜ ਮੈਂ ਨਾ ਥੋੜਾ ਜਿਹਾ ਨਹੀਂ ਕੋਈ ਗੱਲ ਨਹੀਂ ਵੀਰ ਜੀ, ਕੋਈ ਗੱਲ ਨਹੀਂ ਵੀਰ ਜੀ। ਸਾਧ ਸੰਗਤ ਜੀ, ਅੱਜ ਦੀ ਵਿਚਾਰ ਤੁਸੀਂ ਬੜੇ ਪਿਆਰ ਨਾਲ ਸੁਣੀ ਆ। ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਸਮਾਧੀ ਬਖਸ਼ੇ ਔਰ ਜੀਵਨ ਦਾ ਇੱਕ ਇੱਕ ਪਲ ਤੁਸੀਂ ਆਪਣੇ ਲੇਖੇ ਲਾਓ। ਇਹ ਜੀਵਨ ਦਾ ਇਸ ਹੀਰੇ ਨੇ, ਹੀਰੇ ਇਕੱਠੇ ਕਰ ਲਓ ਤੇ ਇਹਨਾਂ ਨੂੰ ਆਪਣੇ ਜੀਵਨ 'ਚ ਵਰਤੋ। ਔਰ ਦਾਸ ਇੰਨੀ ਗੱਲ ਕਹਿ ਕੇ ਇਜਾਜ਼ਤ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे ਵਾਹਿਗੁਰੂ ਸੱਚੇ ਪਾਤਸ਼ਾਹ, ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਔਰ ਸੰਗਤੀ ਰੂਪ ਦੇ ਵਿੱਚ ਜਿਹੜਾ ਹੈਗਾ ਆਪਨੇ ਜਿਹੜਾ ਹੈਗਾ ਇਹ ਗਿਆਨ ਦਿੱਤਾ ਆ। ਆਪ ਜੀ ਕੋਟਾਨ ਕੋਟ ਸ਼ੁਕਰ ਆ। ਮਹਾਰਾਜ ਮਿਹਰ ਕਰੋ ਔਰ ਸੰਗਤ ਨੂੰ ਜਿਹੜਾ ਹੈਗਾ ਇਹ ਵਿਚਾਰ ਮੁਕਤ ਕਰੋ ਜੀ, ਆਪਣੇ ਧਿਆਨ ਸਿਮਰਨ ਤੋਂ ਜੀ। ਧਿਆਨ ਸਿਮਰਨ ਦੇ ਦੁਆਰਾ ਵਿਚਾਰ ਮੁਕਤ ਕਰੋ ਪਲੀਜ਼। ਸਾਡੀ ਬੇਨਤੀ ਹੈਗੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।